ਨੇ ਲਾਹਾ ਪ੍ਰਾਪਤ ਕੀਤਾ ਹੈ। 12 ਮਹਾ ਪਵਿੱਤਰ ਬਾਣੀ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਭਾਈ ਸਾਹਿਬ ਜੀ ਪਾਸੋਂ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕੀਤਾ ਹੈ। ਅੰਮ੍ਰਿਤਮਈ ਬਾਣੀ ਅੱਜ ਦੇ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਜਾਣ। ਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੁਆਰਾ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। 12 ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਮਾਘ ਮੱਜਣ ਸੰਗ ਸਾਧੂਆ। ਤੂੜੀ ਕਰ ਇਸ਼ਨਾਨ। ਆਪ ਜੀ ਇਸ ਅਸਥਾਨ ਤੋਂ ਰੋਜ਼ਾਨਾ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਜਿੱਥੇ ਇਸ ਅਸਥਾਨ ਤੇ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਚੱਲ ਰਹੀ ਹੈ, ਉੱਥੇ ਜਦੋਂ ਸੰਗਰਾਂਦ ਦਾ ਦਿਨ ਆਉਂਦਾ ਹੈ ਤੇ 12 ਮਹਾਂ ਦੇ ਵਿੱਚੋਂ ਦੀ ਉਸ ਮਹੀਨੇ ਦੇ ਮੁਤਾਬਕ ਸ਼ਬਦ ਦੀ ਵਿਚਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ। 12 ਮਹਾਂ ਦਾ ਉਚਾਰਨ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕੀਤਾ ਹੈ ਤੁਖਾਰੀ ਰਾਗ ਦੇ ਵਿੱਚ। ਜੋ ਅੱਜ ਆਪ ਜੀ ਨੇ ਸ਼ਬਦ ਮਾਘ ਦਾ ਸ਼ਬਦ ਜਿਹੜਾ ਸੁਣਿਆ, ਸਰਵਨ ਕੀਤਾ, ਇਹ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਵੱਲੋਂ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਭਾਵੇਂ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾਂ ਦੀ ਰਚਨਾ ਕੀਤੀ, ਔਰ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਝ ਰਾਗ ਦੇ ਵਿੱਚ 12 ਮਹਾਂ ਦੀ ਗੁਰਬਾਣੀ ਜਿਹੜੀ ਹੈ ਉਹ ਉਚਾਰਨ ਕਰਕੇ ਅੰਮ੍ਰਿਤ ਬਾਣੀ ਵਿੱਚ ਸੁਭਾਏਮਾਨ ਕੀਤੀ ਹੈ। ਪਰ ਮਕਸਦ ਇਹੀ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਜੋੜਨਾ। ਸੰਸਾਰ ਦੇ ਵਿੱਚ ਰਹਿ ਕੇ ਅਸੀਂ ਨਿਰੰਕਾਰ ਨੂੰ ਕਿਸ ਤਰ੍ਹਾਂ ਪਾਉਣਾ ਹੈ, ਇਸ ਸੰਸਾਰ ਵਿੱਚ ਰਹਿ ਕੇ ਅਸੀਂ ਆਵਾਗਮਨ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਉਣਾ ਹੈ। ਆਰੰਭ ਦੇ ਵਿੱਚ ਹੀ ਸਾਡੀ ਬੇਨਤੀ ਇਹੀ ਹੈ ਤੇ ਹਰ ਸ਼ਬਦ ਨਾਲ ਇਹ ਸਾਡੀ ਬੇਨਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਸਾਡੀ ਇਹ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਨੂੰ ਸਮੱਤ ਦਿਓ, ਸਾਨੂੰ ਸੋਝੀ ਦਿਓ, ਸਾਨੂੰ ਗਿਆਨ ਦਿਓ, ਜਿਹਦੇ ਨਾਲ ਅਸੀਂ ਇਸ ਜਨਮ ਜਨਮਾਂਤਰਾਂ ਦੇ ਵਿਛੋੜੇ ਨੂੰ ਮਿਲਾਪ ਦੇ ਵਿੱਚ ਬਦਲ ਸਕੀਏ। ਇਸ ਸੰਸਾਰ ਦੇ ਆਲ ਜੰਜਾਲ ਤੋਂ ਸਾਡਾ ਛੁਟਕਾਰਾ ਹੋ ਜਾਏ ਔਰ ਸੰਸਾਰ ਵਿੱਚ ਰਹਿੰਦਿਆਂ ਅਸੀਂ ਨਿਰੰਕਾਰ ਦੀ ਪ੍ਰਾਪਤੀ ਕਰ ਸਕੀਏ। ਔਰ ਦੂਸਰੀ ਵਿਚਾਰ 12 ਮਹਾਂ ਦੇ ਵਿੱਚ ਇਹ ਸਾਨੂੰ ਸਮਝਾਈ ਹੈ ਕਿ
ਕਿਉਂਕਿ ਦੁਨੀਆ ਨੂੰ ਉਲਝਾ ਦਿੱਤਾ ਗਿਆ। ਥਿਤ, ਵਾਰ, ਦਿਨ, ਮਹੀਨੇ ਇਹਨਾਂ ਵਿੱਚ ਉਲਝਾ ਦਿੱਤਾ ਗਿਆ ਕਿ ਤੁਹਾਡੇ ਵਾਸਤੇ ਆਹ ਥਿਤ ਚੰਗੀ ਹੈ, ਇਹ ਮਾੜੀ ਹੈ, ਇਹ ਰੁੱਤ ਤੁਹਾਡੇ ਲਈ ਚੰਗੀ ਹੈ, ਇਹ ਮਾੜੀ ਹੈ, ਇਹ ਦਿਨ ਤੁਹਾਡੇ ਲਈ ਚੰਗਾ ਹੈ, ਇਹ ਮਾੜਾ ਹੈ। ਇਹਦੇ ਵਿੱਚ ਹੀ ਸਾਨੂੰ ਉਲਝਾਇਆ ਗਿਆ। ਪਰ ਗੁਰਬਾਣੀ ਕੀ ਹੈ? ਗੁਰਬਾਣੀ ਸਾਡੀ ਜਿੰਨੀਆਂ ਵੀ ਉਲਝਣਾਂ ਨੇ ਉਹਨੂੰ ਸੁਲਝਾਉਂਦੀ ਹੈ। ਗੁਰਬਾਣੀ ਪੜ੍ਹ ਸੁਣ ਸਮਝ ਕੇ ਅਸੀਂ ਇਹਨਾਂ ਉਲਝਣਾਂ ਦੇ ਵਿੱਚੋਂ ਦੀ ਨਿਕਲਣਾ ਹੈ। ਇਹੀ ਕਾਰਨ ਹੈ ਕਿ ਅਸੀਂ ਸਿਰਫ ਇੱਕ ਦਿਨ ਨਹੀਂ, ਸਾਡਾ ਗੁਰੂ ਸਾਹਿਬ ਜੀ ਨਾਲ ਸੰਬੰਧ ਹਰ ਦਿਨ ਤੇ ਹਰ ਪਲ ਦਾ ਹੈ। ਅਸੀਂ ਹਰ ਦਿਨ ਗੁਰੂ ਸਾਹਿਬ ਜੀ ਦੇ ਦਰ ਤੇ ਆਉਣਾ ਹੈ ਔਰ ਗੁਰੂ ਸਾਹਿਬ ਦੇ ਦਰ ਤੇ ਆ ਕੇ ਅੰਮ੍ਰਿਤ ਬਾਣੀ ਨਾਲ ਜੁੜਨਾ ਹੈ। ਪਰ ਫਿਰ ਵੀ ਜਿਵੇਂ ਬੱਚੇ ਨੂੰ ਚਲਾਉਣ ਵਾਸਤੇ ਜਦੋਂ ਊੜਾ ਸਿਖਾਉਣਾ ਹੋਵੇ ਤੇ ਉਹਦੇ ਨਾਲ ਊਂਠ ਬਣਾ ਕੇ ਦੇਣਾ ਪੈਂਦਾ ਹੈ। ਜਦੋਂ ਐੜਾ ਸਿਖਾਉਣਾ ਹੋਵੇ ਤੇ ਉਹਦੇ ਨਾਲ ਅੱਖ ਬਣਾ ਕੇ ਦੇਣੀ ਪੈਂਦੀ ਹੈ। ਤੇ ਜਿਸ ਦਿਨ ਉਹਨੂੰ ਊੜੇ, ਐੜੇ, ਈੜੀ ਦੀ ਸਮਝ ਆ ਜਾਂਦੀ ਹੈ, ਫਿਰ ਉਹਨੂੰ ਅੱਗੇ ਤਸਵੀਰ ਬਣਾ ਕੇ ਦੇਣ ਦੀ ਲੋੜ ਨਹੀਂ, ਕਿਉਂਕਿ ਉਹਨੂੰ ਸਮਝ ਆ ਗਈ। ਕਿ ਜਿੰਨੇ ਵੀ ਦਿਨ ਨੇ, ਜਿਹਨੂੰ ਅਸੀਂ ਜਿਵੇਂ ਅੱਜ ਸੰਗਰਾਂਦ ਦਾ ਦਿਨ ਕਹਿੰਦੇ ਹਾਂ, ਇਹ ਅਸਲ ਵਿੱਚ ਸਾਨੂੰ ਸਮਝਾਉਣ ਵਾਸਤੇ ਸੀ ਕਿ ਨਿਰੰਕਾਰ ਨਾਲ ਕਿੱਦਾਂ ਜੁੜਨਾ ਹੈ। ਜਿਵੇਂ ਅਸੀਂ ਸਾਰੀ ਉਮਰ ਊੜੇ ਨਾਲ ਊਂਠ ਬਣਿਆ ਨਹੀਂ ਵੇਖਣਾ ਚਾਹੁੰਦੇ ਹਾਂ, ਇੱਕ ਦਿਨ ਸਮਝ ਆ ਜਾਂਦੀ ਹੈ ਵੀ ਹੁਣ ਮੈਨੂੰ ਐੜਾ ਕੀ ਸਮਝਾਉਂਦਾ ਹੈ, ਈੜੀ ਕੀ ਸਮਝਾਉਂਦੀ ਹੈ। ਇਸੇ ਤਰ੍ਹਾਂ ਇੱਕ ਦਿਨ ਗੁਰਬਾਣੀ ਦੀ ਸਮਝ ਆ ਜਾਏ ਕਿ ਸਾਹਿਬ ਜੀ ਆਖਦੇ ਨੇ, ਤੂੰ ਨਿਤ ਉੱਠ ਕੇ ਗੁਰਬਾਣੀ ਦਾ ਅਭਿਆਸ ਕਰਨਾ ਹੈ। ਤੇਰੇ ਲਈ ਸਾਰੇ ਦਿਨ, ਸਾਰੀਆਂ ਰੁੱਤਾਂ, ਸਾਰੇ ਮਹੀਨੇ ਤੇਰੇ ਵਾਸਤੇ ਚੰਗੇ ਨੇ। ਹਾਂ, ਉਹ ਦਿਨ ਮਾੜਾ ਹੈ ਜਿਸ ਦਿਨ ਤੂੰ ਨਿਤਨੇਮ ਨਹੀਂ ਕਰਦਾ, ਜਿਸ ਦਿਨ ਤੇਰੇ ਅੰਦਰੋਂ ਪਰਮੇਸ਼ਵਰ ਦੀ ਯਾਦ ਵਿਸਰ ਜਾਏ। ਹਾਂ, ਉਹ ਦਿਨ ਤੇਰੇ ਲਈ ਮਾੜਾ ਹੋ ਸਕਦਾ ਹੈ। ਪਰ ਜੋ ਸਮਾਜ ਦੇ ਵਿੱਚ ਸੰਸਾਰਿਕ ਤਲ ਉੱਤੇ ਤੈਨੂੰ ਇਹ ਭਰਮ ਦੇ ਵਿੱਚ ਪਾ ਦਿੱਤਾ ਗਿਆ, ਉਹ ਭਾਵੇਂ ਉਵੇਂ ਮਾੜਾ ਨਾ ਹੋਵੇ, ਪਰ ਜਿਸ ਦਿਨ ਤੂੰ ਪਰਮੇਸ਼ਵਰ ਨੂੰ ਭੁਲਾ ਦਿੰਦਾ, ਉਹ ਦਿਨ ਤੇਰੇ ਲਈ ਮਾੜਾ ਹੈ। ਜੇ ਤੂੰ ਨਿਤ ਉੱਠ ਕੇ ਅਭਿਆਸ ਅੰਮ੍ਰਿਤ ਬਾਣੀ ਦਾ ਕਰਦਾ ਹੈ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਜੇ ਤੇਰਾ ਨਿਤ ਦਾ ਨੇਮ ਹੈ, ਗਾਵੋ, ਸੁਣੋ, ਪੜੋ ਨਿਤ ਭਾਈ, ਜੇ ਤੇਰਾ ਇਹ ਤਿੰਨ ਪ੍ਰਕਾਰ ਦੇ ਵਿੱਚ ਨਿਤ ਦਾ ਨੇਮ ਹੈ, ਤਾਂ ਫਿਰ ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਲੇ। ਤੇਰੇ ਵਾਸਤੇ ਸਾਰੇ ਜਿੰਨੇ ਵੀ ਦਿਨ ਨੇ, ਮਹੀਨੇ ਨੇ, ਇਹ ਸਾਰੇ ਹੀ ਤੇਰੇ ਵਾਸਤੇ ਚੰਗੇ ਨੇ। ਸਭੇ ਰੁੱਤੀ ਚੰਗੀਆਂ, ਤੇਰੇ ਵਾਸਤੇ ਸਾਰੀਆਂ ਰੁੱਤਾਂ ਜਿਹੜੀਆਂ ਨੇ ਉਹ ਚੰਗੀਆਂ ਨੇ, ਜੇ ਕਿਤੇ ਤੇਰਾ ਸੱਚੇ ਨਿਰੰਕਾਰ ਵਾਹਿਗੁਰੂ ਜੀ ਨਾਲ ਨੇਹ ਹੈ, ਪ੍ਰੇਮ ਹੈ ਤਾਂ। ਸਤਿਗੁਰੂ ਜੀ ਨੇ ਇਸ 12 ਮਹਾ ਬਾਣੀ ਦੇ ਸਿਰਲੇਖ ਹੇਠ ਫਿਰ ਜੋ ਅਸੀਂ ਬੇਨਤੀ ਕੀਤੀ ਸੀ, ਉਹਦਾ ਜਵਾਬ ਸਤਿਗੁਰੂ ਜੀ ਦਿੰਦੇ ਨੇ ਕਿ ਤੇਰੇ ਕੀਤੇ ਹੋਏ ਕਰਮ ਨੇ ਵਿਛੋੜਿਆ ਹੈ। ਤੂੰ ਕਿਰਪਾ ਦਾ ਪਾਤਰ ਬਣਨਾ ਚਾਹੁੰਦਾ ਹੈ ਤੇ ਫਿਰ ਤੈਨੂੰ ਜੋ ਲੈਸਨ ਦਿੱਤਾ ਹੈ ਉਹ ਕਮਾਉਣਾ ਪਏਗਾ, ਉਹਦੀ ਤੈਨੂੰ ਕਮਾਈ ਕਰਨੀ ਪਏਗੀ। ਔਰ ਤੂੰ ਇੱਕ ਇੱਕ ਲੈਸਨ ਨੂੰ ਜੇ ਤੂੰ ਕਮਾਉਂਦਾ ਜਾਏਗਾ, ਇੱਕ ਦਿਨ ਤੇਰਾ ਕਾਰਜ ਰਾਸ ਹੋ ਜਾਏਗਾ। ਜਿਹੜਾ ਇਹ ਵਿਛੋੜਾ ਹੈ ਤੇਰਾ ਮਿਲਾਪ ਦੇ ਵਿੱਚ ਬਦਲ ਜਾਏਗਾ। ਅਸੀਂ ਕਿਰਤ ਕਰਮ ਕੇ ਵਿਛੜੇ ਤੋਂ ਚੱਲ ਕੇ ਕਿੱਥੇ ਪਹੁੰਚਣਾ? ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਰਜ ਸਰੇ। ਅਸੀਂ ਇੱਥੇ ਤੱਕ ਪਹੁੰਚਣਾ, ਪਰ ਉਹਦੇ ਦਰਮਿਆਨ ਜਿੰਨੇ ਸ਼ਬਦ ਸਾਨੂੰ ਦਿੱਤੇ ਨੇ ਅਸੀਂ ਉਹਨੂੰ ਕਮਾਉਣਾ ਹੈ। ਉਸ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਉਹਦੇ ਤੇ ਅਸੀਂ ਅਮਲ ਕਰਨਾ ਹੈ। ਤੇ ਜੇ ਅਸੀਂ ਜੋ ਪਿਛਲੇ ਸਮੇਂ 'ਚ ਸਾਡੇ ਤੇ ਮਹਾਰਾਜ ਨੇ ਕਿਰਪਾ ਕੀਤੀ ਸੀ ਤੇ ਉਹਨੂੰ ਅਸੀਂ ਕਮਾ ਕੇ ਉਹਦੇ ਤੇ ਅਮਲ ਕੀਤਾ, ਤੇ ਫਿਰ ਸਤਿਗੁਰੂ ਜੀ ਨੇ ਆਖਿਆ, ਅੱਜ ਜਿਹੜਾ ਦਿਨ ਤੂੰ ਮਿੱਥ ਕੇ ਆਇਆ ਹੈ, ਅੱਜ ਫਿਰ ਤੈਨੂੰ ਇੱਕ ਲੈਸਨ ਦਿੰਨੇ ਆ। ਕਿਉਂਕਿ ਅੱਜ ਦੇ ਦਿਨ ਜਿਹੜਾ ਉਹ ਲੋਕ ਇਹ ਸੋਚਦੇ ਨੇ ਕਿ ਪ੍ਰਯਾਗ ਰਾਗ ਜਿਹੜਾ ਤੀਰਥ ਹੈ ਜਾਂ ਇਤ ਆਦਿਕ ਤੀਰਥ ਨੇ, ਉੱਥੇ ਅੱਜ ਦੇ ਦਿਨ ਚੁੱਭੀ ਲਾਉਣ ਦੇ ਨਾਲ ਬੜਾ ਮਹਾਤਮ, ਬੜਾ ਫਲ ਮਿਲਦਾ ਹੈ, ਉਹਦਾ ਬੜਾ ਮਹਾਤਮ ਹੈ।
ਬਹੁਤ ਵੱਡਾ ਫਲ ਉਹਦਾ ਮਿਲਦਾ ਹੈ। ਤੇ ਬਕਾਇਦਾ ਲੋਕ ਜਿਹੜੇ ਨੇ ਉਹ ਬਾਹਰ ਦੇ ਤੀਰਥਾਂ ਤੇ ਜਾਂਦੇ ਨੇ ਇਸ਼ਨਾਨ ਤੇ ਚੁੱਭੀ ਕਰਨ ਲਾਉਣ ਵਾਸਤੇ। ਫਿਰ ਸਤਿਗੁਰੂ ਜੀ ਨੇ ਅੱਜ ਦੇ ਦਿਨ ਸਾਨੂੰ ਸਮਝਾਇਆ ਕਿ ਚੁੱਭੀ ਤੂੰ ਲਾਉਣੀ ਹੈ, ਲਾ, ਤੈਨੂੰ ਮਨਾ ਨਹੀਂ ਕੀਤਾ, ਇਨਕਾਰ ਨਹੀਂ। ਤੂੰ ਚੁੱਭੀ ਵੀ ਲਾ, ਤੂੰ ਇਸ਼ਨਾਨ ਵੀ ਕਰ, ਪਰ ਕਰ ਸਹੀ ਤਰੀਕੇ ਨਾਲ। ਉਸ ਤਰੀਕੇ ਨਾਲ ਚੁੱਭੀ ਲਾ ਜਿਹਦੇ ਨਾਲ ਚੁੱਭੀ ਲਾਉਣ ਨਾਲ ਤੇਰੇ ਵਿਕਾਰਾਂ ਦੀ ਮੱਲ ਉਤਰ ਜਾਏ। ਤੂੰ ਪਾਣੀ ਵਿੱਚ ਚੁੱਭੀ ਲਾ ਕੇ ਆ ਕੇ ਮਾਣ ਨਾਲ ਕਹਿੰਦਾ ਵੀ ਇੰਨੀ ਸਰਦੀ ਸੀ, ਇੰਨੀ ਠੰਡ ਸੀ, ਇੰਨਾ ਠੰਡਾ ਪਾਣੀ ਸੀ, ਮੈਂ 4 ਵਾਰੀ ਚੁੱਭੀ ਲਾ ਕੇ ਆਇਆ। ਸਭ ਕਹਿੰਦੇ ਭਾਵੇਂ 40 ਵਾਰ ਚੁੱਭੀ ਲਾ ਲੈ, ਪਰ ਮਨ ਦੀ ਮੈਲ ਤੇ ਉਵੇਂ ਦੀ ਉਵੇਂ ਹੀ ਬਣੀ ਪਈ ਹੈ। ਮਨ ਦੀ ਮੈਲ ਤਾਂ ਗਈ ਨਹੀਂ, ਕਾਮੀ ਹੋ ਕੇ ਗਿਆ ਸੀ, ਕਾਮੀ ਹੋ ਕੇ ਮੁੜ ਆਇਆ। ਕਰੋਧੀ ਹੋ ਕੇ ਗਿਆ ਸੀ, ਕਰੋਧੀ ਹੋ ਕੇ ਮੁੜ ਆਇਆ। ਹੰਕਾਰੀ ਹੋ ਕੇ ਗਿਆ ਸੀ, ਹੰਕਾਰੀ ਹੋ ਕੇ ਮੁੜ ਆਇਆ। ਵਿਕਾਰੀ ਹੋ ਕੇ ਗਿਆ ਸੀ, ਵਿਕਾਰੀ ਹੋ ਕੇ ਮੁੜ ਆਇਆ। ਤੇ ਫਿਰ ਚੁੱਭੀ ਲਾਉਣ ਦਾ ਫਾਇਦਾ ਕੀ ਹੋਇਆ? ਸਭ ਕਹਿੰਦੇ ਤੂੰ ਬੜੇ ਮਾਣ ਨਾਲ ਕਹਿੰਦਾ ਵੀ ਮੈਂ ਫਲਾਣੇ 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 ਤੀਰਥ ਤੇ ਇਸ਼ਨਾਨ ਕੀਤਾ। ਇੱਕ ਵਾਰੀ ਨਹੀਂ, ਹਜ਼ਾਰਾਂ ਵਾਰੀ ਕਰ, ਪਰ ਸੱਚ ਤਾਂ ਇਹ ਹੈ ਕਿ ਤਨ ਧੋਤੈ ਮਨ ਹੱਛਾ ਨਾ ਹੋਏ। ਮਨ ਤੇ ਤੇਰਾ ਹੱਛਾ ਹੋਇਆ ਹੀ ਨਹੀਂ। ਮਨ ਵਿੱਚੋਂ ਦੀ ਜਿਹੜੀ ਗੰਦਗੀ ਦੂਰ ਕਰਨੀ ਸੀ ਉਹ ਤਾਂ ਉਵੇਂ ਦੀ ਉਵੇਂ ਹੀ ਪਈ ਹੈ। ਕੋਈ ਕਵੇ ਵੀ ਮੈਂ ਘਰ ਦੀ ਸਫਾਈ ਬੜੀ ਚੰਗੀ ਤਰ੍ਹਾਂ ਕੀਤੀ ਹੈ, ਤੇ ਬੰਦਾ ਕਹਿੰਦਾ ਚਲੋ ਦੇਖਦੇ ਆਂ। ਅੰਦਰ ਜਾਂਦਿਆਂ ਹੀ ਕਹਿ ਦਿੱਤਾ ਸਫਾਈ ਕਾਹਦੀ ਹੈ, ਆ ਗੰਦਗੀ ਦਾ ਢੇਰ, ਜਾਲੇ ਤਾਂ ਲੱਗੇ ਪਏ ਨੇ। ਠੀਕ ਹੈ, ਤੂੰ ਸਫਾਈ ਕਰ ਦਿੱਤੀ ਹੋਏਗੀ, ਪਰ ਛੱਤ ਤੇ ਜਾਲੇ ਤਾਂ ਵੇਖੇ ਹੀ ਨਹੀਂ। ਅਸੀਂ ਵੀ ਕਹਿੰਦੇ ਹਾਂ ਅਸੀਂ ਤਨ ਦੀ ਸਫਾਈ ਕਰਕੇ ਇਸ਼ਨਾਨ ਚੁੱਭੀ ਜਿਹੜੀ ਆ ਉਹ ਲਾ ਕੇ ਪਵਿੱਤਰ ਹੋ ਗਏ ਆ। ਠੀਕ ਹੈ, ਸਰੀਰ ਕਰਕੇ ਹੋ ਗਏ ਹੋਵੋਗੇ, ਪਰ ਮਨ ਕਰਕੇ ਤੇ ਉਵੇਂ ਦੇ ਉਵੇਂ ਹੀ ਹੋ। ਅਸੀਂ ਮਨ ਨੂੰ ਪਵਿੱਤਰ ਕਰਨਾ ਹੈ। ਗੁਰਬਾਣੀ ਸਮਝਣ ਦਾ ਵਿਸ਼ਾ ਹੈ। ਤਨ ਕਦੇ ਸੁੱਚਾ ਨਾ ਹੋਇਆ ਤੇ ਨਾ ਕਦੇ ਹੁੰਦਾ ਹੈ। ਅਸੀਂ ਮਨ ਨੂੰ ਸੁੱਚਾ ਕਰਨਾ ਹੈ। ਤੇ ਪਿੰਡਾ ਧੋਣ ਦੇ ਨਾਲ ਕਦੇ ਵੀ ਇਹ ਤਨ ਸੁੱਚਾ ਨਹੀਂ ਹੋਇਆ। ਮਨ ਨੂੰ ਸੁੱਚਾ ਕਰਨਾ ਹੈ ਤੇ ਮਨ ਵੱਲ ਸਾਡਾ ਧਿਆਨ ਜਾਂਦਾ ਨਹੀਂ। ਜਿਹੜੇ ਮਨ ਕਰਕੇ ਚੁੱਭੀ ਲਾਉਂਦੇ, ਇਸ਼ਨਾਨ ਕਰਦੇ, ਜਿਹਨੂੰ ਪਤਾ ਹੈ ਕਿ ਕਿਵੇਂ ਇਸ਼ਨਾਨ ਕਰਨਾ ਹੈ, ਕਿਵੇਂ ਚੁੱਭੀ ਲਾਉਣੀ ਹੈ, ਮੁਬਾਰਕ ਹੈ ਉਹਨਾਂ ਨੂੰ। ਪਰ ਹਰ ਵਾਰ ਜਿਹੜਾ ਇਹ ਦੁਹਰਾਇਆ ਜਾਂਦਾ ਹੈ 12 ਮਾਹਾਂ ਵਿੱਚੋਂ ਦੀ ਸ਼ਬਦ ਨੂੰ। ਕਿਉਂ? ਕਿਉਂਕਿ ਜਿਹੜੇ ਤਾਂ ਨਿਤ ਆਉਣ ਵਾਲੇ ਨੇ ਉਹਨਾਂ ਨੂੰ ਸੋਝੀ ਹੈ, ਪਰ ਜਿਹੜੇ ਨਵੀਨ ਰੂਪ ਵਿੱਚ ਵੀ ਆਉਣ ਵਾਲੇ ਨੇ ਉਹਨਾਂ ਨੂੰ ਵੀ ਕਿਤੇ ਸ਼ਬਦ ਦੀ ਸਮਝ ਆ ਜਾਏ। ਕਈ ਗੱਲਾਂ ਜਿਹੜੀਆਂ ਉਹ ਰਿਪੀਟ ਕਿਉਂ ਕਰਨੀਆਂ ਪੈਂਦੀਆਂ ਨੇ? ਕਿਉਂਕਿ ਜ਼ਰੂਰੀ ਨਹੀਂ ਕਿ ਅਸੀਂ ਰੋਜ਼ ਸੁਣਦੇ ਹਾਂ ਤੇ ਅਸੀਂ ਹਾਂ। ਸਾਡੇ ਨਾਲ ਹੋਰ ਵੀ ਬਹੁਤ ਐਸੇ ਬੈਠੇ ਆ ਜਿਹੜੇ ਪਹਿਲੀ ਵਾਰ ਆਏ ਹੋਣਗੇ, ਜਿਹੜੇ ਦੂਜੀ ਤੀਜੀ ਵਾਰ ਆਏ ਹੋਣਗੇ ਤੇ ਹਜੇ ਗੁਰਬਾਣੀ ਨੂੰ ਸਮਝਣਾ ਉਹਨਾਂ ਵਾਸਤੇ ਜਿਹੜਾ ਔਖਾ ਹੋਇਆ ਹੋਵੇਗਾ। ਇਸ ਲਈ ਵਾਹਿਗੁਰੂ ਜੀ ਮਿਹਰ ਕਰਨ। ਸਭ ਕਹਿੰਦੇ ਤੂੰ ਚੁੱਭੀ ਵੀ ਲਾ, ਤੂੰ ਇਸ਼ਨਾਨ ਵੀ ਕਰ, ਪਰ ਥੋੜਾ ਜਿਹਾ ਆਪਣਾ ਤਰੀਕਾ ਬਦਲ ਲੈ। ਜਿੱਥੇ ਤੂੰ ਤਨ ਕਰਕੇ ਇਹ ਕਰਮ ਕਰਦਾ ਨਾ, ਉੱਥੇ ਹੁਣ ਤੂੰ ਮਨ ਦੇ ਤਲ ਤੇ ਇਹ ਕਰ। ਕਿਉਂਕਿ ਮੈਲ ਜਿਹੜੀ ਵਿਕਾਰਾਂ ਦੀ ਹੈ ਉਹ ਮਨ ਦੇ ਉੱਤੇ ਹੈ, ਤਨ ਉੱਤੇ ਨਹੀਂ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਚੁਗਲੀ, ਇਹ ਸਾਰੀ ਮਲ ਕਿੱਥੇ ਇਕੱਠੀ ਹੋਈ ਹੈ? ਮਨ ਵਿੱਚ, ਸਾਡੇ ਦਿਮਾਗ ਵਿੱਚ। ਤੇ ਇਹਨੂੰ ਦੂਰ ਕਰਨ ਵਾਸਤੇ ਇਸ ਤਲ ਉੱਤੇ ਆ ਕੇ ਤੈਨੂੰ ਜੁੜਨਾ ਪੈਣਾ ਹੈ। ਜੋ ਤਨ ਦੀ ਸਫਾਈ ਤੇ ਆਪਾਂ ਘਰ ਵਿੱਚ ਵੀ ਕਰ ਲੈਂਦੇ ਹਾਂ। ਜਾਂ ਤੁਹਾਨੂੰ ਕੋਈ ਸਾਨੂੰ ਪੁੱਛ ਲਏ ਵੀ ਆਪਾਂ ਗੁਰਦੁਆਰੇ ਕਿਉਂ ਚੱਲੇ ਆ, ਤੇ ਜੇ ਕੋਈ ਕਹੇ ਵੀ ਮੈਂ ਸੁੱਚਾ ਹੋਣ ਤੇ ਪਵਿੱਤਰ ਹੋਣ ਚੱਲਿਆ, ਤੇ ਫਿਰ ਕੋਈ ਆਖੇਗਾ ਵੀ ਘਰ ਵਿੱਚ ਤੂੰ ਤਨ ਦੀ ਸਫਾਈ ਪਾਣੀ ਦੇ ਨਾਲ ਤੇ ਚੰਗੀ ਤਰ੍ਹਾਂ ਸਾਬੁਣ ਮਲ ਕੇ ਤੂੰ ਨਹਾ ਕੇ ਆਇਆ, ਸੋਹਣੇ ਧੋਤੇ ਕੱਪੜੇ ਪਾ ਕੇ ਆਇਆ, ਫਿਰ ਤੈਨੂੰ ਕੀ ਲੋੜ ਹੈ? ਅਸਲ ਵਿੱਚ ਅਸੀਂ ਜਿਵੇਂ ਘਰ ਤੋਂ ਤਨ ਦੀ ਸਫਾਈ ਕਰਕੇ ਆਏ ਆ ਨਾ, ਅਸੀਂ ਗੁਰਦੁਆਰੇ ਆਪਣੇ ਮਨ ਦੀ ਸਫਾਈ ਕਰਨ ਵਾਸਤੇ ਆਏ ਹਾਂ। ਵੀ ਇੱਥੇ ਆ ਕੇ ਸਾਡੇ ਮਨ ਵਿੱਚੋਂ ਗੰਦਗੀ ਨਿਕਲ ਜਾਏ, ਮਨ ਵਿੱਚੋਂ ਦੀ ਵਿਕਾਰਾਂ ਦੀ ਮੱਲ ਜਿਹੜੀ ਹੈ ਇਹ ਧੁੱਪ ਜਾਏ। ਪਰ ਮਨ ਕੀ ਹੈ? ਮਨ ਚਲਾਕ ਹੈ, ਮਨ ਚਤਰ ਹੈ, ਮਨ ਸਿਆਣਾ। ਉਹ ਮਨ ਜਿਹੜਾ ਹੁਸ਼ਿਆਰੀ ਕਰ ਜਾਂਦਾ ਹੈ,
ਮਨ ਕਹਿੰਦਾ ਤੂੰ ਬੈਠ ਇੱਥੇ ਮੈਂ ਚੱਲਿਆ। ਉਹ ਹੋਰ ਖਿਆਲਾਂ ਵਿੱਚ ਉਡਾਰੀ ਮਾਰ ਜਾਂਦਾ ਹੈ ਤੇ ਤਨ ਇੱਥੇ ਰਹਿ ਜਾਂਦਾ। ਉਹ ਸੋਚਦਾ ਵੀ ਤਨ ਬੈਠਾ ਹੀ ਹੈ ਸੰਗਤ ਵਿੱਚ, ਬੋਡੀ ਸਰੀਰ ਜਿਹੜੀ ਹੈ ਇਹ ਬੈਠੀ ਹੈ ਸੰਗਤ ਵਿੱਚ, ਇਹ ਆਪੇ ਹੀ ਸੁਣੀ ਜਾਏ, ਆਪੇ ਹੀ ਵੇਖੀ ਜਾਏ, ਬੋਲੀ ਜਾਏ। ਪਰ ਜਿੰਨਾ ਚਿਰ ਮਨ ਨਹੀਂ ਨਾ ਵਿੱਚ ਸ਼ਾਮਲ ਹੋਏਗਾ, ਜਿੰਨਾ ਚਿਰ ਮਨ ਦੀ ਅਟੈਚਮੈਂਟ ਨਹੀਂ ਹੋਏਗੀ, ਉਨਾ ਚਿਰ ਗੱਲ ਨਹੀਂ ਬਣਨੀ। ਕਿਉਂਕਿ ਤਨ ਕਰਕੇ ਆਏ, ਤਨ ਕਰਕੇ ਚਲੇ ਗਏ। ਸਤਿਗੁਰੂ ਜੀ ਕਹਿੰਦੇ ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਸਭ ਕਹਿੰਦੇ ਮਨ ਦੀ ਇਹ ਕਾਮਨਾ ਕਿ ਦੇਹ ਨੂੰ ਕਿਨਾਰੇ ਤੇ ਬਿਠਾ ਦੇਣਾ ਤੀਰਥ ਦੇ। ਤੇ ਸਾਡੇ ਲਈ ਤੀਰਥ ਕੀ ਹੈ? ਤੀਰਥ ਨਹਾਵਣ ਜਾਓ, ਤੀਰਥ ਨਾਮ। ਆ ਗੁਰੂ ਗ੍ਰੰਥ ਸਾਹਿਬ ਜੀ ਤੀਰਥ ਨੇ। ਜਿਸ ਬਾਣੀ ਵਿੱਚ ਆਪਾਂ ਚੁੱਭੀ ਮਨ ਕਰਕੇ ਲਾਉਣੀ ਹੈ, ਪਰ ਆ ਕਿਨਾਰਾ ਹੀ ਹੈ ਜਿੱਥੇ ਬੈਠੇ ਆ। ਤੇ ਜੇ ਮਨ ਕਵੇ ਵੀ ਮਨ ਕਾਮਨਾ ਤੀਰਥ ਦੇਹ ਛੁਟੈ, ਵੀ ਇੱਥੇ ਦੇਹ ਦਾ ਛੁਟਕਾਰਾ, ਪਰ ਦੇਹ ਥੋੜੀ ਜੰਜਾਲ ਵਿੱਚ ਫਸੀ ਹੈ, ਫਸਿਆ ਤੇ ਮਨ ਹੋਇਆ ਹੈ। ਜੋ ਜੀਵ ਆਤਮਾ ਅੰਦਰ ਹੈ, ਉਹ ਜੀਵ ਰੂਪੀ ਜਿਹੜਾ ਜੀਵ ਹੈ ਉਹ ਅੰਦਰ ਜੰਜਾਲ ਵਿੱਚ ਤੇ ਉਹ ਫਸਿਆ ਹੋਇਆ ਹੈ। ਤੇ ਜੇ ਦੇਹ ਨੂੰ ਛੁਟਕਾਰਾ ਦਵਾ ਕੇ ਅਸੀਂ ਕੀ ਕਰਾਂਗੇ? ਦੇਹ ਦਾ ਛੁਟਕਾਰਾ ਤੇ ਇੱਕ ਦਿਨ ਹੋ ਹੀ ਜਾਣਾ ਹੈ। ਪਰ ਮਨ ਦੀ ਕਾਮਨਾ ਹੈ ਕਿ ਤੀਰਥ ਦੇਹ ਛੁਟੈ। ਕਹਿੰਦੇ ਤੂੰ ਇਹ ਮਨ ਦੇ ਵਿੱਚ ਭਾਵਨਾ ਤਾਂ ਬਣਾ ਲਈ, ਪਰ ਜਿਹੜਾ ਅੰਦਰ ਗੁਮਾਨ ਗੁਬਾਰ ਭਰਿਆ ਉਹ ਕਿਵੇਂ ਨਿਕਲੇਗਾ? ਔਰ ਤਨ ਕਰਕੇ ਜੋ ਤੂੰ ਖੇਡ ਬਣਾਈ ਹੈ, ਉਹਦੇ ਉੱਤੇ ਮਨ ਦਾ ਕੋਈ ਅਮਨ ਤੇ ਅਸਰ ਪ੍ਰਭਾਵ ਨਹੀਂ ਪਏਗਾ। ਇਸ ਲਈ ਤੈਨੂੰ ਮਨ ਦੇ ਤਲ ਤੇ ਜੁੜਨਾ ਪੈਣਾ ਹੈ। ਤੂੰ ਇਸ਼ਨਾਨ ਕਰ, ਤੈਨੂੰ ਕਦੇ ਮਨਾਹੀ ਨਹੀਂ ਕੀਤੀ, ਤੂੰ ਕਰ ਇਸ਼ਨਾਨ। ਪਰ ਸਰੀਰ ਦਾ ਇਸ਼ਨਾਨ ਪਾਣੀ ਨਾਲ ਹੋ ਜਾਂਦਾ ਹੈ, ਉਹ ਤੂੰ ਘਰ ਵੀ ਕਰ ਲੈਂਦਾ ਹੈ। ਪਰ ਮਨ ਦਾ ਇਸ਼ਨਾਨ ਬਾਣੀ ਨਾਲ ਹੋਣਾ ਹੈ। ਇਹਦੇ ਲਈ ਗੁਰਬਾਣੀ, ਗੁਰੂ ਦੇ ਦਰ ਤੇ ਆਉਣਾ ਪਏਗਾ। ਕਿਉਂਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜਦੋਂ ਤੂੰ ਗੁਰੂ ਦੇ ਦਰ ਤੇ ਗੁਰਬਾਣੀ ਨਾਲ ਜੁੜਨ ਆਏਗਾ ਤੇ ਗੁਰੂ ਸਾਹਿਬ ਕਹਿੰਦੇ ਕਰ ਇਸ਼ਨਾਨ। ਹੁਣ ਗੁਰੂ ਸਾਹਿਬ ਕਹਿੰਦੇ ਕਰ ਇਸ਼ਨਾਨ, ਸਾਨੂੰ ਕਹਿੰਦੇ ਕਰ ਇਸ਼ਨਾਨ, ਤੇ ਅਸੀਂ ਕਹੀਏ ਅਸੀਂ ਤੇ ਘਰੋਂ ਕਰਕੇ ਆਏ ਆ, ਅਸੀਂ ਤੇ ਘਰੋਂ ਇਸ਼ਨਾਨ ਚੰਗੀ ਤਰ੍ਹਾਂ ਕਰਕੇ ਆਏ ਆ। ਮਹਾਰਾਜ ਕਹਿੰਦੇ ਨਹੀਂ, ਮੈਂ ਤੈਨੂੰ ਪਾਣੀ ਵਾਲਾ ਇਸ਼ਨਾਨ ਨਹੀਂ ਕਹਿੰਦਾ। ਅਗਲੀ ਗੱਲ, ਕਿਉਂਕਿ ਅਧੂਰੀ ਗੱਲ ਅਧੂਰੀ ਰਹਿ ਜਾਣੀ ਹੈ। ਸਭ ਕਹਿੰਦੇ ਕਰ ਇਸ਼ਨਾਨ। ਅਸੀਂ ਪੁੱਛਿਆ ਕਿਵੇਂ? ਸਿਮਰ ਪ੍ਰਭ ਆਪਣਾ। ਆ ਜਿਹੜਾ ਤੈਨੂੰ ਆਪਣੇ ਪ੍ਰਭੂ ਦਾ ਨਾਮ ਸੱਚਾ ਸੱਚੀ ਬਾਣੀ ਦਿੱਤੀ ਹੈ ਨਾ, ਇਹਨੂੰ ਸਿਮਰ, ਇਹਨੂੰ ਚੇਤੇ ਕਰ, ਇਹਦੇ ਨਾਲ ਜੁੜ। ਮਨ ਕਰਕੇ ਜੁੜੀ, ਤਨ ਕਰਕੇ ਨਾ ਜੁੜੀ। ਹੁਣ ਕਈ ਵਾਰੀ ਅੱਖਾਂ ਦੇ ਵਿੱਚ ਵੀ ਕਹਿ ਲਓ ਕਿ ਕਈ ਵਾਰ ਅੱਖਾਂ ਜਿਹੜੀਆਂ ਨੇ ਉਹ ਸਾਫ਼ ਨਹੀਂ ਹੁੰਦੀਆਂ, ਜਾਲੇ ਆ ਜਾਂਦੇ ਆ। ਉਹਦੇ ਵਾਸਤੇ ਸਾਡੇ ਕੋਲ ਮੈਡੀਸਿਨ ਹੈ, ਦਵਾਈ ਹੈ। ਅੱਖਾਂ ਵਿੱਚ ਪਾਓ 4 ਬੂੰਦਾਂ ਤੇ ਅੱਖਾਂ ਸਾਫ਼, ਜਾਲੇ ਦੂਰ ਹੋ ਜਾਂਦੇ ਆ। ਕੰਨਾਂ ਵਿੱਚ ਮੈਲ ਹੋਵੇ ਤੇ ਸਫਾਈ ਕਰਨ ਲਈ ਸਾਡੇ ਕੋਲ ਬੜੇ ਤਰੀਕੇ ਨੇ, ਕੰਨਾਂ ਦੀ ਸਫਾਈ ਹੋ ਜਾਂਦੀ ਹੈ। ਜੇ ਸਾਡੇ ਮੁੱਖ ਵਿੱਚ, ਦੰਦਾਂ ਵਿੱਚ ਕੋਈ ਫਸਿਆ, ਉਹ ਅਸੀਂ ਮੁੱਖ ਦੀ ਸਫਾਈ ਕਰ ਲਾਂਗੇ। ਪਰ ਮਨ ਦੀ ਸਫਾਈ ਕਿਵੇਂ ਕਰੋਗੇ? ਇਸ ਲਈ ਕਿਉਂਕਿ ਮਨ ਮੈਲਾ ਹੈ ਤੇ ਅੱਖਾਂ ਵੀ ਮੈਲੀਆਂ, ਕੰਨ ਵੀ ਮੈਲੇ, ਜ਼ੁਬਾਨ ਵੀ ਮੈਲੇ। ਹੁਣ ਜਿੱਥੋਂ ਇਹ ਗੰਦਗੀ ਆ ਰਹੀ ਹੈ, ਸਾਨੂੰ ਉਸ ਗੰਦਗੀ ਨੂੰ ਉੱਥੋਂ ਹਟਾਉਣਾ ਪੈਣਾ ਹੈ, ਤੇ ਉਹ ਆ ਰਹੀ ਹੈ ਮਨ ਦੇ ਤਲ ਤੇ। ਇਸ ਲਈ ਸਾਹਿਬ ਕਹਿੰਦੇ ਤੂੰ ਮਨ ਦੇ ਤਲ ਤੇ ਇਸ਼ਨਾਨ ਕਰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਜਦੋਂ ਤੂੰ ਆਪਣੇ ਪ੍ਰਭੂ ਨੂੰ ਮਨ ਦੇ ਤਲ ਤੇ ਸਿਮਰੇਂਗਾ, ਇਹ ਤੇਰਾ ਇਸ਼ਨਾਨ ਹੋਵੇਗਾ। ਫਿਰ ਮਨ ਤਨ ਭਏ ਅਰੋਗਾ। ਮਨ ਦੇ ਨਾਲ ਨਾਲ ਤੇਰਾ ਤਨ ਵੀ ਅਰੋਗ ਹੋ ਜਾਏਗਾ, ਤੈਨੂੰ ਅਰੋਗਤਾ ਮਿਲ। ਅਸੀਂ ਸਰੀਰ ਕਰਕੇ ਅਰੋਗ ਹੋਣਾ ਚਾਹੁੰਦੇ ਹਾਂ, ਕਿਉਂਕਿ ਮਾਨਸਿਕ ਮੰਡਲ ਦੀਆਂ ਬਿਮਾਰੀਆਂ ਹਜੇ ਪਤਾ ਹੀ ਨਹੀਂ ਸਾਨੂੰ। ਪਰ ਜਿਸ ਦਿਨ ਮਨ ਦੇ ਤਲ ਤੇ ਬਿਮਾਰੀਆਂ ਪਤਾ ਲੱਗ ਜਾਣਗੀਆਂ, ਉਸ ਦਿਨ ਵੀ ਅਸੀਂ ਅਰੋਗ ਹੋਣ ਲਈ ਉਪਰਾਲਾ ਕਰਾਂਗੇ ਕਿ ਮੈਂ ਮਨ ਵੀ ਅਰੋਗ ਰੱਖਣਾ ਤੇ ਤਨ ਵੀ ਅਰੋਗ ਰੱਖਣਾ। ਤੇ ਜਿਨ੍ਹਾਂ ਨੇ ਇਸ ਸਰੋਵਰ ਵਿੱਚ, ਨਾਮ ਦੇ ਸਰੋਵਰ ਵਿੱਚ ਆ ਕੇ ਚੁੱਭੀ ਲਾਈ, ਉਹਨਾਂ ਦੇ ਸਾਰੇ ਪਾਪ ਦੀ ਮਲ ਜਿਹੜੀ ਸੀ ਉਹ ਧੁੱਪ ਗਈ।
ਰਾਮਦਾਸ ਸਰੋਵਰ ਨਾਤੇ ਸਭ ਉਤਰੇ, ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ। ਕਹਿੰਦੇ ਤੂੰ ਨਿਰਮਲ ਹੋ ਜਾ, ਆ ਇਸ਼ਨਾਨ ਕਰ, ਇਹਦੇ ਵਿੱਚ ਚੁੱਭੀ ਲਾ। ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹੀ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸਭ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਇਹ ਜੁਗਤੀ ਹੈ ਤੇ ਜਿਹਨੇ ਇਸ ਜੁਗਤੀ ਨੂੰ ਸਮਝ ਕੇ ਅਪਣਾ ਲਿਆ ਉਹ ਸਫਲ ਹੈ। ਮਾਘ ਜਿਹੜਾ ਇਹ ਮਾਘ ਦਾ ਦਿਨ ਸ਼ੁਰੂਆਤ ਹੋਈ ਹੈ, ਰੁੱਤ ਦੇ ਮੁਤਾਬਕ, ਮਹੀਨਿਆਂ ਦੇ ਮੁਤਾਬਕ ਜਿਹੜੀ ਅਸੀਂ ਇੱਕ ਕੈਲੰਡਰ ਬਣਾਇਆ, ਉਸ ਦੇ ਮੁਤਾਬਕ ਜਿਹੜੀ ਅੱਜ ਮਾਘ ਦੇ ਦਿਨ ਦੀ ਸ਼ੁਰੂਆਤ, ਪੋਹ ਦੇ ਦਿਨ ਦੀ ਸਮਾਪਤੀ ਹੋਈ। ਤੇ ਸਾਹਿਬ ਜੀ ਕਹਿੰਦੇ ਮਾਘ ਮੱਜਨ, ਮਾਘ ਦੇ ਦਿਨ ਵਿੱਚ, ਦਿਨਾਂ ਵਿੱਚ, ਆਉਣ ਵਾਲੇ ਸਮੇਂ ਵਿੱਚ ਤੂੰ ਚੁੱਭੀ ਲਾ। ਤੈਨੂੰ ਮਨਾਹੀ ਨਹੀਂ, ਪਰ ਤਰੀਕਾ ਤੇਰਾ ਰਸਤਾ ਜਿਹੜਾ ਹੈ ਉਹ ਸਹੀ ਹੋਣਾ ਚਾਹੀਦਾ ਹੈ। ਤੂੰ ਗਲਤ ਰਸਤੇ, ਗਲਤ ਤਰੀਕੇ ਨਾਲ ਚੁੱਭੀ ਲਾਏਗਾ ਤੇ ਕੋਈ ਲਾਭ ਨਹੀਂ ਹੋਣਾ, ਕੋਈ ਫਾਇਦਾ ਨਹੀਂ ਹੋਣਾ। ਇਸ ਲਈ ਮਾਘ ਮੱਜਨ, ਮੱਜਨ ਦਾ ਅਰਥ ਕੀ ਹੁੰਦਾ ਹੈ? ਚੁੱਭੀ ਲਾਉਣੀ। ਸੰਗ ਸਾਧੂਆਂ, ਸਾਧੂਆਂ ਦਾ ਸੰਗ ਕਰਕੇ। ਸਾਧੂ ਕੌਣ ਨੇ? ਆ ਸਤ ਸੰਗੀ ਜਨ। ਕਹਿੰਦੇ ਆ ਜਿਹੜੇ ਗੁਰਮੁਖ ਜਨ, ਸਤ ਸੰਗੀ ਜਨ ਨੇ ਨਾ, ਇਹਨਾਂ ਸਤ ਸੰਗੀਆਂ ਨਾਲ, ਗੁਰਮੁਖ ਜਨਾਂ ਦੇ ਨਾਲ ਰਲ ਕੇ ਤੂੰ ਇਸ ਨਾਮ ਵਿੱਚ ਮਨ ਕਰਕੇ ਚੁੱਭੀ ਲਾ। ਧੂੜੀ ਕਰ ਇਸ਼ਨਾਨ। ਧੂੜੀ ਦਾ ਇੱਥੇ ਅਰਥ ਕੀ ਹੈ? ਨਿਮਰਤਾ, ਨਿਵਾਉਣ ਵਾਲਾ ਪਾਸਾ। ਤੇਰਾ ਮਨ ਜਿਹੜਾ ਹੈ ਉਹ ਨੀਵਾਂ ਹੋਣਾ ਚਾਹੀਦਾ ਹੈ। ਧਿਆਨ ਰੱਖਿਓ, ਆਪ ਜੀ ਸੂਝਵਾਨ ਹੋ। ਜਦੋਂ ਚੁੱਭੀ ਲੱਗਦੀ ਹੈ ਪਾਣੀ ਵਿੱਚ ਜਾ ਕੇ, ਤੇ ਇਸ਼ਨਾਨ ਹੁੰਦਾ ਹੈ ਉੱਪਰੋਂ ਪਾਣੀ ਆਪਣੇ ਉੱਤੇ ਡੋਲ ਕੇ। ਤੇ ਜਦੋਂ ਆਪਾਂ ਆਪਣੇ ਮੁੱਖ ਤੋਂ ਜਾਂ ਸਿਰ ਤੋਂ ਪਾਣੀ ਜਿਹੜਾ ਉਹ ਇਸ਼ਨਾਨ ਕਰਨ ਲੱਗਿਆਂ ਪਾਉਂਦੇ ਆ, ਤੇ ਉਹ ਆਉਂਦਾ ਤੇ ਨਿਵਾਣ ਨੂੰ ਹੀ ਆ ਨਾ। ਕਹਿੰਦੇ ਤੂੰ ਇਸ ਤਰ੍ਹਾਂ ਮਨ ਨੂੰ ਨੀਵਾਂ ਰੱਖ ਕੇ ਇਸ਼ਨਾਨ ਕਰ, ਕਿਉਂਕਿ ਨਾਮ ਦੇ ਤੀਰਥ ਉਤੇ ਹੰਕਾਰ ਦੇ ਨਾਲ ਇਸ਼ਨਾਨ ਨਹੀਂ ਹੋਣਾ। ਆ ਬਾਹਰ ਦੇ ਜਿੰਨੇ ਵੀ ਤੀਰਥ ਨੇ ਮੈਨੂੰ ਮਾਫ ਕਰਨਾ, ਇੱਥੇ ਹੰਕਾਰ ਨਾਲ ਇਸ਼ਨਾਨ ਹੋ ਜਾਏਗਾ। ਬੜੇ ਬੜੇ ਹੰਕਾਰੀ ਵੀ ਜਾ ਕੇ ਇਸ਼ਨਾਨ ਤੇ ਚੁੱਭੀ ਲਾ ਕੇ ਆ ਜਾਣਗੇ, ਪਰ ਜਿਹੜਾ ਆ ਤੀਰਥ ਹੈ ਨਾ ਗੁਰਬਾਣੀ ਦਾ, ਇਸ ਗੁਰਬਾਣੀ ਦੇ ਤੀਰਥ ਵਿੱਚ ਹੰਕਾਰ ਨਾਲ ਇਸ਼ਨਾਨ ਨਹੀਂ ਹੋਣਾ। ਇੱਥੇ ਮਨ ਨੂੰ ਨੀਵਾਂ ਕਰਨਾ ਪੈਣਾ ਹੈ, ਇੱਥੇ ਮਨ ਨੂੰ ਨਿਮਰਤਾ ਵਿੱਚ ਲਿਆਉਣਾ ਪਏਗਾ। ਤੇ ਨੀਵਾਂ ਕਰਨ ਲਈ, ਨਿਮਰਤਾ ਵਿੱਚ ਲਿਆਉਣ ਲਈ ਸਾਹਿਬ ਕਹਿੰਦੇ ਅਰਦਾਸ ਕਰਿਆ ਕਰ, ਕਿਉਂਕਿ ਆਪਣੇ ਆਪ ਨਹੀਂ ਇਹ ਖੇਡ ਬਣਨੀ। ਕਈ ਵਾਰ ਬੰਦਾ ਕਹਿ ਦਿੰਦਾ ਵੀ ਕਿਸੇ ਨੂੰ ਕਹੀਏ ਵੀ ਗੁਰਦੁਆਰੇ ਜਾਇਆ ਕਰੋ, ਔਰ ਜਾਣਾ ਜ਼ਰੂਰੀ ਹੈ, ਸੰਗਤ ਕਰਿਆ ਕਰੋ। ਉਹ ਕਹਿੰਦੇ ਜਦੋਂ ਗੁਰੂ ਦੀ ਮਿਹਰ ਹੋਏਗੀ ਉਦੋਂ ਹੀ ਜਾਵਾਂਗੇ। ਫਿਰ ਅਸੀਂ ਕਈ ਜਨਮ ਲੱਗੇ ਰਹੀਏ, ਕਿਵੇਂ ਮਿਹਰ ਹੋਏਗੀ? ਮਿਹਰ ਲੈਣ ਵਾਸਤੇ, ਕਿਰਪਾ ਲੈਣ ਵਾਸਤੇ ਹੀ ਤੇ ਗੁਰੂ ਦੁਆਰੇ ਆਏ ਆ। ਗੁਰੂ ਦੁਆਰੇ ਆਉਣ ਦਾ ਸਾਡਾ ਮਕਸਦ ਹੀ ਹੈ ਵੀ ਕਿਰਪਾ ਹੋ ਜਾਏ, ਮਿਹਰ ਹੋ ਜਾਏ, ਤੇ ਅਸੀਂ ਘਰ ਵਿੱਚ ਬੈਠ ਕੇ ਗਈਏ ਵੀ ਮਿਹਰ ਹੋ ਜਾਏ। ਕਿਵੇਂ ਹੋਏਗੀ? ਜੇ ਘਰ ਵਿੱਚ ਬੈਠਿਆਂ ਹੀ ਮਿਹਰ ਹੋਵੇ ਤੇ ਫਿਰ ਇਹ ਬਚਨ ਕਿਉਂ ਕਹੇ ਮਹਾਰਾਜ ਨੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ। ਫਿਰ ਇਹਦੇ ਅਰਥ ਕਿੱਥੇ ਕਰਾਂਗੇ ਆਪਾਂ? ਇਸ ਲਈ ਕਹਿ ਰਹੇ ਨੇ, ਕਹਿੰਦੇ ਤੂੰ ਗੁਰੂ ਸਾਹਿਬ ਦੇ ਦਰ ਤੇ ਆ। ਇੱਥੇ ਅਰਦਾਸ ਜਿਹੜੀ ਹੈ ਉਹ ਤੂੰ ਆ ਕੇ ਕਰ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਜਾਂ ਕਿਤੇ ਕਿਹਾ ਮੈਨੂੰ ਸੰਗਤ ਦੇ ਚਰਨਾਂ ਦੀ ਧੂੜੀ ਦੇ ਦਿਓ, ਤੇ ਕਿਤੇ ਕਿਹਾ ਮੈਨੂੰ ਬਣਾ ਦਿਓ। ਉਹਦਾ ਮਤਲਬ ਕੀ ਹੈ? ਨਿਮਰਤਾ, ਕਿ ਮੇਰਾ ਮਨ ਕਿਤੇ ਨਿਵਾਉਣ ਵਾਲੇ ਪਾਸੇ, ਨਿਮਰਤਾ ਵਾਲੇ ਪਾਸੇ ਨੂੰ ਆ ਜਾਏ। ਹੰਕਾਰ ਦੇ ਵਿੱਚ ਕੁਝ ਨਹੀਂ ਮਿਲਣਾ। ਇੱਥੇ ਨਿਮਰਤਾ ਤੇ ਪਿਆਰ ਵਿੱਚ ਭਿੱਜੀਆਂ ਹੋਈਆਂ ਰੱਬੀ ਬਾਣੀ ਦੇ ਵਿੱਚੋਂ ਰੱਬੀ ਖਜ਼ਾਨਾ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋਣਾ। ਇਸ ਲਈ ਕਹਿਣ ਲੱਗੇ ਤੂੰ ਕੀ ਕਰ? ਤੂੰ ਸਾਧੂਆਂ ਦਾ, ਗੁਰਮੁਖ ਜਨਾਂ ਦਾ ਸੰਗ ਕਰ, ਔਰ ਮਨ ਕਰਕੇ ਨਾਮ ਦੇ ਵਿੱਚ ਚੁੱਭੀ ਲਾ, ਤੇ ਮਨ ਨੂੰ ਨੀਵਾਂ ਕਰਕੇ ਸਿਮਰ ਪ੍ਰਭ ਆਪਣੇ ਵਾਲਾ ਇਸ਼ਨਾਨ ਜਿਹੜਾ ਹੈ ਉਹ ਤੂੰ ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠ ਕੇ
ਕਰਿਆ ਕਰ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਅੱਜ ਦੇ ਦਿਨ ਜਾਂ ਮਾਘ ਦੇ ਦਿਨ ਵਿੱਚ ਦੋ ਗੱਲਾਂ ਅਸੀਂ ਦਿਮਾਗ ਵਿੱਚ ਬਿਠਾ ਕੇ ਚੱਲਦੇ ਆਂ ਵੀ ਇੱਕ ਤੇ ਫਲਾਣੇ ਫਲਾਣੇ ਤੀਰਥ ਤੇ ਜਾ ਕੇ ਚੁੱਭੀ ਲਾਉਣੀ, ਉਹ ਵੀ ਗੱਲ ਪਹਿਲੀ ਪੰਕਤੀ 'ਚ ਕਲੀਅਰ ਕਰ ਦਿੱਤੀ ਵੀ ਤੁਸੀਂ ਕਿਸ ਤਰ੍ਹਾਂ ਚੁੱਭੀ ਲਾਉਣੀ, ਕਿਵੇਂ ਇਸ਼ਨਾਨ ਕਰਨਾ। ਦੂਜੀ ਦਿਮਾਗ ਵਿੱਚ ਗੱਲ ਇਹ ਬਿਠਾਈ ਕਿ ਅੱਜ ਫਲਾਣੀ ਫਲਾਣੀ ਥਾਂ ਤੇ ਜਾ ਕੇ ਦਾਨ ਕਰਨਾ ਹੈ। ਤੇ ਸਭ ਕਹਿੰਦੇ ਦੇਖੋ ਕੰਮ ਉਹੀ ਕਰਨਾ ਹੈ, ਇਸ਼ਨਾਨ ਵੀ ਕਰਨਾ ਹੈ, ਦਾਨ ਵੀ ਕਰਨਾ ਹੈ, ਪਰ ਰਸਤਾ ਬਦਲ ਕੇ ਤਰੀਕਾ ਬਦਲ ਕੇ ਸਾਨੂੰ ਦੇ ਦਿੱਤਾ। ਕਰਮ ਉਹੀ ਨੇ ਪਰ ਇਹ ਵੀ ਤਰੀਕਾ ਬਦਲ ਦਿੱਤਾ। ਦਾਨ ਦਾ ਅਰਥ ਹੁੰਦਾ ਵੰਡਣਾ। ਤੇ ਸਾਹਿਬ ਜੀ ਨੇ 3 ਸਿਧਾਂਤ ਦਿੱਤੇ ਨੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਉਸ ਵੰਡ ਨੂੰ ਛਕਣ ਦਾ ਹੀ ਮਤਲਬ ਦਾਨ ਹੈ। ਸਾਹਿਬ ਕਹਿੰਦੇ ਹੁਣ ਤੂੰ ਕੀ ਕਰਨਾ ਹੈ? ਤੈਨੂੰ ਕਿਸੇ ਨੇ ਕਿਹਾ ਜ਼ਮੀਨ ਦਾਨ ਕਰ ਕਰਤੀ, ਸੋਨਾ ਦਾਨ ਕਰ ਕਰਤਾ, ਚਾਂਦੀ ਦਾਨ ਕਰ ਦਿੱਤੀ, ਇੱਥੋਂ ਤੱਕ ਕਿ ਤੂੰ ਆਪਣੇ ਘਰ ਦੀ ਇਸਤਰੀ ਵੀ ਦਾਨ ਕਰ ਦਿੱਤੀ। ਕਿਸੇ ਨੇ ਕਿਹਾ ਉਹ ਵੀ ਦਾਨ ਕਰ ਦਿੱਤੀ। ਬੜਾ ਕੁਝ ਜੋੜਾ ਸੀ ਉਹ ਸਾਨੂੰ ਭਰਮ ਜਾਲ ਵਿੱਚ ਫਸਾ ਕੇ ਸਾਡੇ ਕੋਲੋਂ ਦਾਨ ਕਰਵਾ ਲਿਆ ਗਿਆ। ਪਰ ਸਾਹਿਬ ਕਹਿੰਦੇ ਇੱਥੇ ਭਰਮ 'ਚ ਪਾਇਆ ਨਹੀਂ ਜਾਂਦਾ, ਭਰਮ 'ਚੋਂ ਕੱਢਿਆ ਜਾਂਦਾ ਹੈ। ਇੱਥੇ ਭੁਲੇਖੇ ਪਾਏ ਨਹੀਂ ਜਾਂਦੇ, ਭੁਲੇਖਿਆਂ 'ਚੋਂ ਬਾਹਰ ਕੱਢਿਆ ਜਾਂਦਾ ਹੈ ਤੁਹਾਨੂੰ। ਇੱਥੇ ਸੁਪਨੇ ਦਿਖਾਏ ਨਹੀਂ ਜਾਂਦੇ, ਇੱਥੇ ਸੁਪਨਿਆਂ ਦੀ ਸੱਚਾਈ ਸਮਝਾਈ ਜਾਂਦੀ ਹੈ ਕਿ ਜਿਹੜਾ ਸੁਪਨਾ ਤੂੰ ਲੈ ਕੇ ਚੱਲਦਾ ਨਾ, ਇਹ ਸੁਪਨਾ ਜਿਹੜਾ ਹੈ ਇਹ ਤੇਰਾ ਭਾਵੇਂ ਉਹ ਖੁੱਲੀ ਅੱਖ ਦਾ ਹੋਵੇ ਭਾਵੇਂ ਬੰਦ ਦਾ ਹੋਵੇ, ਉਹ ਹਮੇਸ਼ਾ ਉਹ ਸੁਪਨੇ ਟੁੱਟ ਜਾਇਆ ਕਰਦੇ ਨੇ। ਤੂੰ ਉਹਦੇ ਹੁਕਮ ਵਿੱਚ ਚੱਲ, ਤੂੰ ਉਹਦੀ ਰਜ਼ਾ ਵਿੱਚ ਚੱਲ। ਜੋ ਹੋਵੇਗਾ ਉਹਦੇ ਹੁਕਮ 'ਚ, ਜੋ ਹੋਏਗਾ ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਚੱਲਣਾ ਸਾਨੂੰ ਸਿਖਾਇਆ ਜਾਂਦਾ ਹੈ। ਖੈਰ ਸਤਿਗੁਰੂ ਜੀ ਕਹਿੰਦੇ ਹੁਣ ਦਾਨ ਵਾਲੀ ਗੱਲ ਕੀ ਹੈ? ਦੂਸਰੀ ਪੰਕਤੀ ਵਿੱਚ ਹਰ ਕਾ ਨਾਮ ਧਿਆਏ ਸੁਣ। ਹਰ ਕਾ ਨਾਮ, ਜਿਹੜਾ ਆ ਹਰੀ ਦਾ ਨਾਮ ਤੈਨੂੰ ਦਿੱਤਾ ਨਾ, ਇਹਨੂੰ ਪਹਿਲਾਂ ਬੈਠ ਕੇ ਧਿਆ ਕੇ ਫਿਰ ਸੁਣ। ਜੋ ਧਿਆ ਕੇ ਤੇ ਸੁਣ ਕੇ ਤੂੰ ਆਪਣੇ ਅੰਦਰ ਇਕੱਠਾ ਕੀਤਾ, ਜਾਂ ਜੋ ਧਿਆਉਂਦਿਆਂ ਜਿਵੇਂ ਤੁਸੀਂ ਨਿਤਨੇਮ ਕਰਕੇ ਆਏ ਹੋਵੋਗੇ, ਜਿਹੜਾ ਤੁਸੀਂ ਨਿਤਨੇਮ ਕਰਕੇ ਆਏ ਹੋ ਤੇ ਜਿਹੜਾ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਜਾਂ ਇਸ ਤੋਂ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਹੋਇਆ, ਉਹਦੇ ਵਿੱਚੋਂ ਜਾਂ ਹੁਣ ਕਥਾ ਵਿਚਾਰ ਚੱਲ ਰਹੀ ਹੈ ਜਾਂ ਅੱਜ ਦਾ ਹੁਕਮ ਹੈ, ਜੋ ਤੁਹਾਨੂੰ ਸਮਝ ਆਈ। ਦਾਨ ਦਾ ਅਰਥ ਕੀ ਹੈ? ਜਿਹੜਾ ਤੁਸੀਂ ਨਿਤਨੇਮ ਕਰਕੇ ਆਏ ਹੋ, ਧਿਆਏ ਦਾ ਮਤਲਬ ਨਿਤਨੇਮ ਕਰਕੇ ਆਏ ਹੋ, ਤੇ ਇਸ ਸੰਗਤ ਵਿੱਚ ਆ ਕੇ ਇਸ ਮਹਾਨ ਤੀਰਥ ਤੇ ਬੈਠ ਕੇ ਜੋ ਤੁਸੀਂ ਸੁਣ ਰਹੇ ਹੋ, ਜੋ ਤੁਹਾਨੂੰ ਸਮਝ ਆਈ ਹੈ, ਜੋ ਤੁਸੀਂ ਇਕੱਠਾ ਕੀਤਾ ਹੈ, ਉਹਨੂੰ ਫਿਰ ਜਾ ਕੇ ਤੁਸੀਂ ਹੋਰਾਂ ਵਿੱਚ ਵੰਡੋ ਵੀ ਮੈਨੂੰ ਆਹ ਗੁਰਮਤ ਸਮਝ ਆਈ ਹੈ ਤੇ ਮੈਂ ਤੇਰੀ ਝੋਲੀ ਵਿੱਚ ਵੀ ਪਾਉਣਾ। ਮੈਨੂੰ ਆਹ ਗੁਰੂ ਦੀ ਗੱਲ ਸਮਝ ਵਿੱਚ ਆ ਗਈ ਹੈ ਤੇ ਮੈਂ ਤੈਨੂੰ ਵੀ ਆ ਬੈਠ ਸਮਝਾਉਣਾ, ਕਿਉਂਕਿ ਗੁਰਮਤ ਸਾਨੂੰ ਇਹੀ ਰਸਤਾ ਦੱਸਦੀ ਹੈ ਵੀ ਤੂੰ ਆਹ ਰਸਤੇ ਚੱਲ ਔਰ ਚੱਲਦਿਆਂ ਆਪਣਾ ਵੀ ਭਲਾ ਕਰ ਤੇ ਦੂਜਿਆਂ ਦਾ ਵੀ ਭਲਾ ਕਰ। ਨਾ ਆਪਣਾ ਨੁਕਸਾਨ ਕਰ ਤੇ ਨਾ ਦੂਜਿਆਂ ਦਾ ਨੁਕਸਾਨ ਕਰ, ਆਪਣਾ ਵੀ ਭਲਾ ਤੇ ਦੂਜਿਆਂ। ਇਹੀ ਸਾਨੂੰ ਗੁਰਮਤ ਸਿਖਾਉਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਭਾਵ ਜੋ ਤੂੰ ਸਮਝਿਆ, ਤੈਨੂੰ ਸਮਝ ਆਈ ਗੁਰਮਤ ਵਿੱਚ, ਜੋ ਤੂੰ ਪੱਲੇ ਬੰਨ ਕੇ ਲੈ ਕੇ ਚੱਲਿਆ, ਉਹ ਸਾਰਿਆਂ ਦੇ ਵਿੱਚ ਵੰਡਦਾ ਜਾ। ਇਹ ਨਾ ਸੋਚੀ ਵੀ ਮੈਂ ਗੁਰੂ ਘਰੋਂ, ਕਈ ਇਹ ਵੀ ਕਹਿ ਦਿੰਦੇ ਆ, ਕਹਿਣ ਲੱਗੇ ਅਸੀਂ ਗੁਰੂ ਘਰ ਵਿੱਚ ਜੋ ਅਸੀਂ ਸੁਣ ਕੇ ਚੱਲੇ ਆ, ਅਸੀਂ ਉਹ ਘਰ ਲੈ ਕੇ ਜਾਣਾ, ਕਿਸੇ ਨੂੰ ਰਾਹ ਵਿੱਚ ਅਸੀਂ ਦੱਸਣਾ ਨਹੀਂ। ਮਹਾਰਾਜ ਕਹਿੰਦੇ ਨਹੀਂ, ਇਹ ਗੁਰਮਤ ਦੇ ਉਲਟ ਹੋ ਜਾਏਗਾ। ਔਰ ਦੂਜੀ ਗੱਲ, ਚਿੰਤਾ ਕਿਉਂ ਕਰਦੇ ਹੋ? ਜੇ ਤੁਹਾਨੂੰ ਨਿਤਨੇਮ ਦੀ ਬਾਣੀ ਵਿੱਚੋਂ ਕੁਝ ਸਮਝ ਆਈ, ਤੁਸੀਂ ਦੂਜਿਆਂ ਨੂੰ ਸਮਝਾਵੋ। ਆਪ ਜਪੋ ਅਵਰਹ ਨਾਮ ਜਪਾਵੋ, ਹੋਰਾਂ ਨੂੰ ਵੀ ਨਾਲ ਜੋੜੋ, ਆਪ ਵੀ ਜੁੜ ਜਾਓ, ਆਪ ਵੀ ਆਓ, ਹੋਰਾਂ ਨੂੰ ਵੀ ਗੁਰੂ ਘਰ ਲੈ ਕੇ ਆਓ। ਤੁਹਾਨੂੰ ਨੁਕਸਾਨ ਨਹੀਂ ਹੋਏਗਾ, ਕਿਉਂਕਿ ਇਹ ਉਹ ਘਰ ਹੈ ਜਿੱਥੇ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਤੁਹਾਡੇ ਖਜ਼ਾਨੇ 'ਚ ਤੋਟ ਨਹੀਂ ਆਏਗੀ, ਸਗੋਂ ਵਾਧਾ ਹੀ ਹੋਵੇਗਾ। ਅਸੀਂ ਯਤਨ ਕਰੀਏ ਵੀ ਸਾਨੂੰ ਆਹ ਕਿਤੇ ਵੰਡਣ ਦੀ ਜਾਚ ਆ ਜਾਏ, ਗੁਰਮਤ ਵੰਡੀਏ। ਗੁਰੂ ਦਾ ਗਿਆਨ ਜੋ ਸਾਨੂੰ ਮਿਲਿਆ ਉਹਨੂੰ ਹੋਰਾਂ ਦੇ ਵਿੱਚ ਵੰਡੀਏ, ਤਾਂ ਕਿ ਮਨਮਤ ਦਾ ਨਾਸ਼ ਹੋ ਸਕੇ, ਅਗਿਆਨਤਾ ਦਾ ਨਾਸ਼ ਹੋ ਸਕੇ।
ਸਾਹਿਬ ਜੀ ਕਹਿੰਦੇ ਆਹ ਜਿਹੜਾ ਕਰਮ ਤੂੰ ਇਸ ਤਰੀਕੇ ਦੇ ਨਾਲ ਕਰਿਆ ਕਰ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਹੁਣ ਪਹਿਲੀਆਂ ਦੋ ਪੰਗਤੀਆਂ ਜਿਹਨੇ ਸਮਝ ਕੇ ਆਪਣੇ ਜੀਵਨ ਵਿੱਚ ਉਹਨੂੰ ਢਾਲ ਲਿਆ, ਜਿਹਨੇ ਉਹਦੇ ਤੇ ਅਮਲ ਕੀਤਾ, ਸਾਹਿਬ ਕਹਿੰਦੇ ਉਹਨੂੰ ਫਲ ਪਤਾ ਕੀ ਮਿਲੇਗਾ ਇਹਦਾ। ਫਿਰ ਹੁਣ ਬਾਹਰ ਦਾ ਤੇ ਪਤਾ ਨਹੀਂ ਫਲ ਮਿਲਣਾ ਕਿ ਨਹੀਂ ਮਿਲਣਾ, ਪਰ ਇਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਜਨਮ ਕਰਮ ਮਲ ਉਤਰੈ, ਕਹਿੰਦੇ ਜਿਹੜੀ ਤੁਹਾਡੇ ਜਨਮ ਵਿੱਚ ਕੀਤੇ ਹੋਏ ਕਰਮ ਦੀ ਮਲ ਇਕੱਠੀ ਹੋਈ ਪਈ ਹੈ ਨਾ ਅੰਦਰ, ਮਲ ਦਾ ਅਰਥ ਮੈਲ, ਗੰਦਗੀ, ਵਿਕਾਰਾਂ ਦੀ ਜਿਹੜੀ ਗੰਦਗੀ ਤੁਹਾਡੇ ਦਿਮਾਗ ਵਿੱਚ ਭਰੀ ਪਈ ਹੈ। ਅਸੀਂ ਬਾਹਰੋਂ ਜਿੰਨੇ ਮਰਜ਼ੀ ਸੁੰਦਰ ਹੋ ਜਾਈਏ, ਬਸਤਰ ਜਿੰਨੇ ਮਰਜ਼ੀ ਸੁੰਦਰ ਪਾ ਲਈਏ, ਉੱਤੇ ਇਤਰ ਵੀ ਅਸੀਂ ਛਿੜਕ ਲਈਏ ਤਾਂ ਕਿ ਜਿਹੜਾ ਸਾਨੂੰ ਮਿਲੇ ਉਹ ਕਵੇ ਤੇਰੇ ਚੋਂ ਖੁਸ਼ਬੂ ਬੜੀ ਵਧੀਆ ਆਉਂਦੀ ਹੈ। ਪਰ ਸਾਹਿਬ ਕਹਿੰਦੇ ਬਾਹਰ ਦੀ ਖੁਸ਼ਬੂ ਨੂੰ ਕੀ ਕਰੇਗਾ, ਅੰਦਰੋਂ ਤਾਂ ਬਦਬੂ ਹੀ ਆਉਂਦੀ ਪਈ ਹੈ। ਅੰਦਰੋਂ ਬਦਬੂ ਕਿਉਂ ਆਉਂਦੀ ਹੈ? ਕਿਉਂਕਿ ਅੰਦਰ ਦਿਮਾਗ ਵਿੱਚ ਤਾਂ ਗੰਦਗੀ ਭਰੀ ਪਈ ਹੈ ਤੇਰੇ। ਮਾੜਾ ਸੋਚਣਾ, ਮਾੜੇ ਖਿਆਲ ਅੰਦਰ ਆਉਣੇ, ਹਰ ਇੱਕ ਦੇ ਮਾੜੇ ਵਾਸਤੇ ਹੀ ਅੰਦਰ ਪਲੈਨਿੰਗ ਕਰਦਾ ਰਹਿੰਦਾ 24 ਘੰਟੇ। ਦਿਮਾਗ ਗਲਤ ਪਾਸੇ ਚੱਲਦਾ, ਇਹ ਗੰਦਗੀ ਨਹੀਂ ਤੇ ਹੋਰ ਕੀ ਹੈ। ਆਪਣੇ ਦਿਮਾਗ ਦੀ ਗੰਦਗੀ ਨੂੰ ਜੇ ਤੂੰ ਬਾਹਰ ਕੱਢਣਾ ਚਾਹੁੰਦਾ ਹੈ ਤੇ ਆ ਦੋ ਕਰਮ ਕਰ ਇਸ ਤਰ੍ਹਾਂ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਜੇ ਤੂੰ ਇਹਦੇ ਤੇ ਅਮਲ ਕਰ ਲਏਗਾ ਨਾ, ਫਿਰ ਤੇਰੇ ਅੰਦਰੋਂ ਕਦੇ ਵੀ ਬਦਬੂ ਨਹੀਂ ਆਏਗੀ, ਕਿਉਂਕਿ ਗੰਦਗੀ ਨਹੀਂ ਰਹੇਗੀ ਤੇ ਬਦਬੂ ਕਿੱਥੋਂ ਆਉਣੀ ਹੈ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਿਹੜਾ ਤੇਰਾ ਗੁਮਾਨ ਭਰਿਆ ਪਿਆ ਨਾ ਅੰਦਰ, ਉਹ ਵੀ ਤੇਰੇ ਅੰਦਰੋਂ ਨਿਕਲ ਜਾਏਗਾ। ਮੈਂ ਖਤਮ ਹੋ ਜਾਏਗੀ ਅੰਦਰੋਂ, ਤੇਰੇ ਅੰਦਰ ਜਿਹੜਾ ਹੰਕਾਰ ਹੈ ਉਹ ਵੀ ਨਿਕਲ ਜਾਏਗਾ। ਔਰ ਜਨਮ ਵਿੱਚ ਕੀਤੇ ਹੋਏ ਜਿੰਨੇ ਵੀ ਕਰਮ ਨੇ, ਉਹਨਾਂ ਸਾਰੇ ਕਰਮਾਂ ਦੀ ਮਲ ਗੰਦਗੀ ਤੇਰੇ ਅੰਦਰੋਂ ਬਿਲਕੁਲ ਨਿਕਲ ਜਾਏਗੀ। ਦਿਮਾਗ ਤੇਰਾ ਮਾਨਸਿਕ ਮੰਡਲ ਜਿਹੜਾ ਹੈ ਉਹ ਬਿਲਕੁਲ ਵਾਸ਼ ਹੋ ਜਾਏਗਾ। ਭਾਵ ਤੇਰੇ ਅੰਦਰੋਂ ਵਿਕਾਰਾਂ ਦੀ ਮਲ ਜਿਹੜੀ ਇਕੱਠੀ ਹੋਈ ਪਈ ਹੈ ਉਹ ਦੂਰ ਹੋ ਜਾਵੇਗੀ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਇਸ ਤੋਂ ਬਾਅਦ ਕਹਿੰਦੇ ਜਿਹੜਾ ਇਹ ਕਾਮ ਤੇ ਕ੍ਰੋਧ ਨਾ, ਤੈਨੂੰ ਦੁਬਾਰਾ ਮੋਹ ਨਹੀਂ ਸਕੇਗਾ। ਤੂੰ ਇਹਦੇ ਜੰਜਾਲ ਵਿੱਚ ਫਸ ਹੀ ਨਹੀਂ ਸਕੇਗਾ। ਤੇਰੇ ਅੰਦਰ ਕਦੇ ਵੀ ਕਾਮ ਤੇ ਕ੍ਰੋਧ ਆਵੇਗਾ ਹੀ ਨਹੀਂ। ਤੇ ਜਿਹੜਾ ਲੋਭ ਹੈ ਨਾ, ਸਵਾਨ ਦਾ ਅਰਥ ਹੁੰਦਾ ਕੂਕਰ, ਕੁੱਤਾ। ਤੇ ਜਦੋਂ ਲੋਭ ਆ ਜਾਏ, ਕਿਉਂਕਿ ਅੱਗੇ ਵੀ ਜ਼ਿਕਰ ਕੀਤਾ ਸੀ ਆਪ ਜੀ ਨਾਲ ਪਿਛਲੇ ਦਿਨੀ ਕਿ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਕੂਕਰ ਦੀ ਉਦਾਹਰਣ ਦੋ ਰੂਪ ਵਿੱਚ ਦਿੱਤੀ ਹੈ। ਇੱਕ ਵਫਾਦਾਰੀ ਦੇ ਰੂਪ ਵਿੱਚ ਤੇ ਇੱਕ ਲੋਭ ਕਰਕੇ ਹਲਕੇ ਹੋਏ ਕੁੱਤੇ ਦੀ ਤਰ੍ਹਾਂ, ਉਹਦੀ ਵੀ ਉਦਾਹਰਣ ਦਿੱਤੀ। ਅਸੀਂ ਚੰਗਾ ਗੁਣ ਲੈਣਾ ਹੈ ਤੇ ਮਾੜਾ ਅਵਗਣ ਛੱਡਣਾ ਹੈ। ਕਹਿੰਦੇ ਜੇ ਤੂੰ ਵਫਾਦਾਰੀ ਵਾਲਾ ਗੁਣ ਉਹਦੇ ਕੋਲੋਂ ਸਿੱਖ ਲਏ ਨਾ, ਤੇ ਤੂੰ ਵੀ ਕਹਿ ਸਕਦਾ ਹੈ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ, ਜੇਵਰੀ ਜੈ ਖਿੰਚੈ ਤੈ ਜਾਓ। ਤੇ ਜੇ ਕਿਤੇ ਤੇਰੇ ਅੰਦਰ ਲੋਭ ਲਾਲਚ ਆ ਗਿਆ, ਫਿਰ ਤੂੰ ਉਸ ਹਲਕੇ ਕੁੱਤੇ ਦੀ ਤਰ੍ਹਾਂ ਹੋ ਜਾਏਗਾ। ਇਹ ਸਾਡੇ ਮਾਨਸਿਕ ਮੰਡਲ ਦੀ ਹਾਲਤ ਹੈ। ਸਰੀਰ ਨੇ ਨਹੀਂ ਬਦਲਣਾ। ਸਰੀਰ ਤਾਂ ਜਿਹੜਾ ਢਾਂਚਾ ਤਿਆਰ ਕਰਤਾ ਉਹੀ ਰਹਿਣਾ ਹੈ। ਸਰੀਰ ਕਰਕੇ ਥੋੜੀ ਅਸੀਂ ਦਿਸਣਾ ਵੀ ਇਹ ਪਸ਼ੂ ਹੈ, ਜਾਨਵਰ ਹੈ, ਕੀ ਹੈ। ਸਰੀਰ ਤਾਂ ਉਹੀ ਰਹਿਣਾ ਹੈ, ਪਰ ਅੰਦਰ ਜੋ ਦਿਮਾਗ ਦੀਆਂ ਹਰਕਤਾਂ ਨੇ, ਇਹਨੇ ਦੱਸਣਾ ਵੀ ਇਹ ਅੰਦਰੋਂ ਹਲਕਿਆ ਹੋਇਆ ਹੈ ਕਿ ਵਫਾਦਾਰ ਹੈ। ਇਹ ਅੰਦਰੋਂ ਜਿਹੜਾ ਇਹ ਕਾਮੀ ਹੈ, ਕਰੋਧੀ ਹੈ ਕਿ ਸਬਰ ਤੇ ਸੰਤੋਖ ਵਾਲਾ ਹੈ। ਉਹ ਸਾਡੇ ਮਾਨਸਿਕ ਮੰਡਲ ਦੀ ਹਾਲਤ ਨੇ ਬਿਆਨ ਕਰਨਾ ਹੈ। ਸਰੀਰ ਵੇਖ ਕੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਤਾਂ ਹੀ ਤੇ ਸਿਆਣਿਆਂ ਨੇ ਕਿਹਾ ਸੀ ਕਿ ਰਾਹ ਪਏ ਜਾਣੀਏ ਜਾਂ ਵਾਹ। ਕਿਸੇ ਰਾਹ ਜਾਓਗੇ ਤਾਂ ਹੀ ਪਤਾ ਲੱਗੇਗਾ, ਜਾਂ ਕਿਸੇ ਨਾਲ ਵਾਹ ਪਏਗਾ ਤਾਂ ਹੀ ਪਤਾ ਲੱਗੇਗਾ ਵੀ ਇਹਦੀ ਸੋਚ ਕਿੱਦਾਂ ਦੀ ਹੈ, ਇਹਦਾ ਜੀਵਨ, ਇਹਦਾ ਆਚਰਣ ਕਿੱਦਾਂ ਦਾ ਹੈ। ਵੇਖਣ ਨੂੰ ਤੇ ਬੜੇ ਭੁਲੇਖੇ ਪਾਏ ਜਾ ਸਕਦੇ ਨੇ। ਇਸ ਲਈ ਸਤਿਗੁਰੂ ਜੀ ਕਹਿੰਦੇ ਤੈਨੂੰ ਕਾਮ ਕ੍ਰੋਧ ਠੱਗ ਨਹੀਂ ਸਕੇਗਾ। ਕਾਮ ਤੇ ਕ੍ਰੋਧ ਆਪਣੇ ਵੱਸ ਦੁਬਾਰਾ ਨਹੀਂ ਕਰ ਸਕੇਗਾ, ਕਿਉਂਕਿ ਹੁਣ ਤੱਕ ਸਮਝਾਇਆ ਗਿਆ ਸੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਇਹ ਤੈਨੂੰ ਗਾਲ ਦੇਣਗੇ ਅੰਦਰੋਂ। ਇਹਦੇ ਤੋਂ ਆਪਣਾ ਛੁਟਕਾਰਾ ਪਾਉਣ ਲਈ ਗੁਰਬਾਣੀ ਦੇ ਜਿਹੜੇ ਇਹ ਤੀਰਥ ਹੈ ਇਹਦੇ ਵਿੱਚ ਆ ਕੇ ਚੁੱਲੀ ਲਾ। ਤੈਨੂੰ ਦੁਬਾਰਾ ਲੋਭ ਨਹੀਂ ਸਤਾਵੇਗਾ।
ਕਾਮ ਕ੍ਰੋਧ ਜਿਹੜਾ ਤੈਨੂੰ ਆਪਣੇ ਵੱਸ ਨਹੀਂ ਕਰ ਸਕੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਦੋਂ ਇਹ ਤੇਰੇ ਜੀਵਨ ਵਿੱਚ ਅਵਸਥਾ ਬਣ ਗਈ ਨਾ, ਤੈਨੂੰ ਕਾਮ ਕ੍ਰੋਧ ਨਹੀਂ ਸਤਾਏਗਾ, ਲੋਭ ਤੇਰੇ ਅੰਦਰ ਨਹੀਂ ਆਏਗਾ, ਗੁਮਾਨ ਤੇਰੇ ਵਿੱਚੋਂ ਨਿਕਲ ਜਾਏਗਾ, ਔਰ ਜਨਮ ਕਰਮ ਦੇ ਵਿੱਚ ਕੀਤੀ ਹੋਈ ਜਿਹੜੀ ਅੰਦਰ ਇਕੱਠੀ ਕੀਤੀ ਮਲ ਹੈ ਉਹ ਵੀ ਨਿਕਲ ਜਾਏਗੀ। ਫਿਰ ਤੂੰ ਮਾੜੇ ਰਾਹ ਨਹੀਂ ਤੁਰੇਗਾ, ਫਿਰ ਝੂਠ ਦੇ ਰਾਹ ਨਹੀਂ ਤੁਰੇਗਾ, ਤੁਰ ਹੀ ਨਹੀਂ ਸਕਦਾ। ਫਿਰ ਤੂੰ ਸੱਚ ਨਾਲ ਜੁੜਿਆ ਸੱਚ ਦੇ ਮਾਰਗ ਤੇ ਹੀ ਤੁਰੇਗਾ। ਤੇ ਜਦੋਂ ਤੂੰ ਝੂਠ ਦਾ ਰਸਤਾ ਛੱਡ ਕੇ ਸੱਚ ਦੇ ਮਾਰਗ ਤੇ ਤੁਰੇਗਾ, ਮਾਲਕ ਦੇ ਘਰੋਂ ਤਾਂ ਵਡਿਆਈਆਂ ਮਿਲਣਗੀਆਂ, ਜਹਾਨ ਵਿੱਚੋਂ ਵੀ ਤੇਰੀ ਸ਼ੋਭਾ ਹੋਏਗੀ। ਸੱਚਾ ਮਾਰਗ ਚਲਦਿਆਂ ਉਸਤਤ ਕਰੈ ਜਹਾਨ। ਤੂੰ ਸੱਚ ਦੇ ਮਾਰਗ ਤੇ ਤੁਰ ਕੇ ਤਾਂ ਵੇਖ, ਸਾਰਾ ਜਹਾਨ ਤੇਰੀ ਉਸਤਤ ਜਿਹੜੀ ਆ ਉਹ ਕਰੇਗਾ। ਰਾਤ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਸਾਡੇ ਕਿਸਾਨ ਵੀਰ ਤੁਰੇ ਸੀ ਨਾ ਇੱਥੋਂ, ਤੇ ਉਹ ਇੱਕ ਗੱਲ ਕਹਿ ਕੇ ਤੁਰੇ ਸੀ ਕਿ ਅਸੀਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੇ ਆ, ਜੇ ਸਾਨੂੰ ਬਹਿਣਾ ਪਿਆ ਤੇ ਬਹਿ ਜਾਾਂਗੇ। ਪਰ ਜਦੋਂ ਉੱਥੇ ਪਹੁੰਚੇ ਨੇ ਤੇ ਉਹ ਜਿਵੇਂ ਲੈ ਕੇ ਗਏ ਉਵੇਂ ਹੀ ਪੈਕ ਦਾ ਪੈਕ ਹੀ ਪਿਆ, ਬਾਕੀ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਕੀ ਆ ਰਿਹਾ। ਕਹਿੰਦੇ ਨੇ ਹੁਣ ਸਾਰਾ ਜਹਾਨ ਹੀ ਉਹਨਾਂ ਦੀ ਉਸਤਤ ਕਰ ਰਿਹਾ ਵੀ ਜੋ ਤੁਸੀਂ ਰਾਹ ਤੁਰੇ ਹੋ ਚੰਗੇ ਰਾਹ ਤੁਰੇ ਹੋ। ਅੱਜ ਜਾਗਰਤਾ ਆਈ ਹੈ, ਇਹੀ ਕਿਤੇ ਕੁਝ ਸਾਲ ਪਹਿਲਾਂ ਜਾਗਰਤਾ ਆ ਜਾਂਦੀ। ਬੜਾ ਜਿਹੜਾ ਉਹ ਰੂਪ ਰੰਗ ਢੰਗ ਵਿਗਾੜ ਕੇ ਪੇਸ਼ ਕਰਕੇ ਸਾਡੇ ਵਿੱਚ ਨਫ਼ਰਤ ਪਾ ਦਿੱਤੀ ਗਈ। ਪਰ ਅੱਜ ਇੱਕ ਤੇ ਚੰਗਾ ਹੈ ਨਾ ਵੀ ਅਸੀਂ ਸਾਰੇ ਫਿਰ ਇਕੱਠੇ ਹੋ ਗਏ ਹਾਂ, ਇਕੱਠੇ ਹੋ ਕੇ ਇੱਕ ਸੱਚ ਦਾ ਹੋਕਾ ਦੇ ਰਹੇ ਹਾਂ, ਸੱਚ ਦੀ ਆਵਾਜ਼ ਜਿਹੜੀ ਹੈ ਉਠਾ ਰਹੇ ਹਾਂ ਵੀ ਆਹ ਸੱਚ ਹੈ। ਉਹ ਦੁਨੀਆ ਨਾਲ ਜੁੜਦੀ ਜਾ ਰਹੀ ਹੈ, ਜਹਾਨ ਨਾਲ ਉਸਤਤ ਕਰਦਾ ਜਾ ਰਿਹਾ ਹੈ। ਇਹ ਕੇਵਲ ਭਾਰਤ ਹੀ ਨਹੀਂ, ਸਾਰਾ ਜਿੰਨੇ ਵੀ ਮੁਲਕ ਨੇ, ਸਾਰੇ ਮੁਲਕ ਦੇ ਲੋਕ ਜਿਹੜੇ ਆ ਉਹ ਉਸਤਤ ਕਰ ਰਹੇ ਨੇ, ਕਿਉਂਕਿ ਜੋ ਤੁਸੀਂ ਕਰ ਰਹੇ ਹੋ ਚੰਗਾ ਹੈ। ਚਲੋ ਇੱਕ ਬੰਦਾ ਮਾੜਾ ਹੋਏਗਾ, 2 ਹੋਣਗੇ, 4 ਹੋਣਗੇ, ਪਰ ਸਾਰਾ ਮੁਲਕ ਤੇ ਨਹੀਂ ਨਾ ਮਾੜਾ ਹੋ ਸਕਦਾ। ਜਿੰਨੇ ਵੀ ਮੁਲਕ ਨੇ ਉਹਨਾਂ ਦੇ ਮੁਲਕ ਦੇ ਜਿਹੜੇ ਲੋਕ ਨੇ ਉਹ ਤਾਂ ਨਹੀਂ ਮਾੜੇ ਹੋ ਸਕਦੇ। ਜੇ ਚੰਦ ਮਾੜੇ ਆਪਾਂ ਕਹਿ ਵੀ ਦਈਏ ਤਾਂ ਨਹੀਂ, ਕਿਉਂਕਿ ਇਹ ਸੱਚ ਦਾ ਹੋਕਾ ਹੈ, ਸੱਚ ਦੀ ਆਵਾਜ਼ ਹੈ। ਦੂਜੀ ਵਿਚਾਰ, ਕਿਉਂਕਿ ਜਦੋਂ ਇਹ ਦਿਨ ਆਉਂਦਾ ਹੈ ਤੇ ਮਾਘੀ ਸਾਡੇ ਮੁਖ ਤੋਂ ਨਿਕਲਦਾ ਹੈ, ਤੇ ਜਦੋਂ ਮਾਘੀ ਸ਼ਬਦ ਨਿਕਲਦਾ ਹੈ ਤੇ ਮੁਕਤਸਰ ਸਾਹਿਬ ਵੱਲ ਸਾਡਾ ਧਿਆਨ ਜਾਂਦਾ ਹੈ। ਉਹ ਵੀ ਤੇ ਜਿਹੜੇ ਸ਼ਹਾਦਤਾਂ ਦਾ ਜਾਮ ਪੀ ਕੇ ਅੱਜ ਮੁਕਤੀ ਦੀਆਂ ਦਾਤਾਂ ਲੈ ਰਹੇ ਨੇ, ਉਹ ਵੀ ਤਾਂ ਸੱਚ ਦੇ ਮਾਰਗ ਤੇ ਹੀ ਤੁਰੇ। ਠੀਕ ਹੈ, ਉਹਨਾਂ ਨੇ ਰਸਤਾ ਗਲਤ ਅਪਣਾ ਲਿਆ ਸੀ ਤੇ ਲੋਕ ਫਿਟਕਾਰਾਂ ਪਾਉਣ ਲੱਗ ਪਏ ਸੀ ਵੀ ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਦਰ ਛੱਡ ਕੇ ਆ ਗਏ ਹੋ, ਜਾਂ ਵਿਦਾਵੇ ਦੀ ਗੱਲ ਜਿਹੜੀ ਆ ਉਹ ਕੀਤੀ ਆ ਵੀ ਤੁਸੀਂ ਵਿਦਾਵਾ ਜਿਹੜਾ ਉਹ ਲਿਖਿਆ ਹੈ। ਤੇ ਜਿੱਥੇ ਅਸੀਂ ਗੁਰੂ ਕੇ ਸਿੰਘਾਂ ਦੇ ਨਾਮ ਚੇਤੇ ਕਰਦੇ ਹਾਂ, ਉੱਥੇ ਇਤਿਹਾਸ ਵਿੱਚ ਮਾਈ ਭਾਗੋ, ਮਾਈ ਭਾਗ ਕੌਰ, ਇਹਦਾ ਨਾਮ ਵੀ ਵਿਸਾਰਿਆ ਨਹੀਂ ਜਾ ਸਕਦਾ, ਜਿਹਨੇ ਵੰਗਾਰਿਆ ਸੀ, ਜਿਹਨੇ ਲਲਕਾਰਿਆ ਸੀ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਹਾਂ। ਤੇ ਜੇ ਉਹ ਆਪਣੇ ਪੁੱਤਰ ਸਾਡੇ ਤੋਂ ਵਾਰ ਸਕਦੇ ਨੇ, ਫਿਰ ਅਸੀਂ ਕਿਉਂ ਨਹੀਂ ਆਪਣਾ ਆਪਾ ਗੁਰੂ ਤੋਂ ਵਾਰ ਸਕਦੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਾਚੀਵਾੜੇ ਤੇ ਆਨੰਦਪੁਰ ਸਾਹਿਬ ਤੋਂ ਹੀ ਆਪਾਂ ਜੇ ਜ਼ਿਕਰ ਕਰੀਏ ਤੇ ਉੱਥੋਂ ਚਮਕੌਰ ਦੀ ਗੜੀ ਤੋਂ ਮਾਚੀਵਾੜਾ, ਇਹਨਾਂ ਰਾਹਾਂ ਤੋਂ ਹੀ ਹੁੰਦੇ ਹੋਏ ਸਤਿਗੁਰੂ ਜੀ ਮਹਾਰਾਜ ਰਾਏ ਕੱਲੇ ਕੋਲ ਪਹੁੰਚੇ। ਉਸ ਤੋਂ ਅਗਲਾ ਸਫ਼ਰ ਸਤਿਗੁਰੂ ਕਰਦੇ ਆ ਜਿੱਥੇ ਖਦਰਾਣੇ ਦੀ ਢਾਬ ਹੈ। ਸੰਖੇਪ ਵਿੱਚ ਅਰਜ਼ ਕਰਾਂ, ਖਦਰਾਣੇ ਦੀ ਢਾਬ ਜਿਹੜੀ ਹੈ ਉੱਥੇ ਸਤਿਗੁਰੂ ਜੀ ਪਹੁੰਚੇ ਆ। ਔਰ ਇਹ ਜਿਹੜੇ ਮਾਝੇ ਦੇ ਇਲਾਕੇ ਦੇ ਸਿੰਘ ਨੇ, ਮਾਈ ਭਾਗੋ ਦੇ ਨਾਲ, ਮਾਈ ਭਾਗ ਕੌਰ ਦੇ ਨਾਲ ਜਿਹੜਾ ਉਹ ਚੱਲਦੇ ਨੇ। ਇੱਥੇ ਆ ਕੇ ਜਦੋਂ ਕਹਿੰਦੇ ਇਹਨਾਂ ਵੈਰੀਆਂ ਦੇ ਨਾਲ, ਤੁਰਕਾਂ ਦੇ ਨਾਲ 2 ਹੱਥ ਹੁੰਦੇ ਆ, ਉਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਉੱਚੀ ਟਿੱਬੀ ਦੇ ਵਿੱਚ ਉੱਤੇ ਬੈਠ ਕੇ ਦੇਖ ਰਹੇ ਨੇ ਸਭ ਕੁਝ। ਸਤਿਗੁਰੂ ਜੀ ਨੇ ਵੇਖਿਆ, ਆਪਣੇ ਵੱਲੋਂ ਤੀਰ ਵੀ ਜਿਹੜੇ ਆ ਉਹ ਸਤਿਗੁਰੂ ਜੀ ਨੇ ਉਹਨਾਂ ਵੈਰੀਆਂ ਤੇ ਚਲਾਏ। ਜਿਹੜੀ ਝੜਪ ਹੋਈ ਹੈ ਇੱਥੇ, ਇੱਕ ਇੱਕ ਗੁਰੂ ਕਾ ਪਿਆਰਾ ਅੱਗੇ ਵੱਧ ਕੇ ਸ਼ਹੀਦੀਆਂ ਦੇ ਜਾਮ ਪੀਂਦਾ ਗਿਆ, ਕਿਉਂਕਿ ਜਿਹੜਾ ਗੁਣ ਅੰਦਰ ਭਰਿਆ ਸੀ ਨਾ ਉਹ ਠੀਕ ਹੈ, ਰਸਤਾ ਉਹਨਾਂ ਦਾ ਥੋੜਾ ਜਿਹਾ ਗਲਤ ਹੋ ਗਿਆ, ਪਰ ਫਿਰ ਸੱਚ ਦੇ ਮਾਰਗ ਤੇ ਤੁਰਦਿਆਂ ਉਹਨਾਂ ਨੇ ਫਿਰ ਪ੍ਰਣ ਕੀਤਾ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਹੁਣ ਉਹੀ ਉਹ ਸੱਤ ਕਰਕੇ ਵਿਖਾ ਰਹੇ ਨੇ, ਸੱਚ ਦੇ ਮਾਰਗ ਤੇ ਤੁਰਦਿਆਂ
ਇੱਕ ਇੱਕ ਗੁਰੂ ਕਾ ਪਿਆਰਾ ਉੱਥੇ ਸ਼ਹੀਦ ਹੁੰਦਾ ਹੈ। ਮਾਈ ਭਾਗੋ ਜਿਹੜੀ ਹੈ ਇਹ ਵੀ ਉੱਥੇ ਬਹੁਤ ਜ਼ਿਆਦਾ ਜ਼ਖਮੀ ਹਾਲਤ ਦੇ ਵਿੱਚ ਪਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਖਿਦਰਾਣੇ ਦੀ ਢਾਬ ਜਿਹੜੀ ਜਿੱਥੇ ਉੱਚੀ ਟਿੱਬੀ ਸੀ, ਜਿੱਥੇ ਅੱਜ ਟਿੱਬੀ ਸਾਹਿਬ ਅਸਥਾਨ ਬਣਿਆ ਹੋਇਆ ਹੈ, ਸਤਿਗੁਰੂ ਜੀ ਆਉਂਦੇ ਨੇ, ਇੱਕ ਇੱਕ ਨੂੰ ਵੇਖਿਆ ਸਤਿਗੁਰੂ ਜੀ ਨੇ। ਅੱਜ ਦਇਆ ਦੇ ਘਰ ਵਿੱਚ ਆਏ ਨੇ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰੂ ਜੀ ਨੇ ਵੇਖਿਆ ਵੀ ਕਿੰਨੇ ਕਿੰਨੇ ਕਦਮ ਅੱਗੇ ਹੋ ਕੇ ਸਿੰਘ ਜੂਝਿਆ ਹੈ। ਸੱਚ ਦੇ ਮਾਰਗ ਤੇ ਚੱਲਦਿਆਂ ਇਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ। ਇੱਕ ਗੱਲ ਧਿਆਨ ਰੱਖਿਓ, ਗੁਰੂ ਗੋਬਿੰਦ ਸਿੰਘ ਜੀ, ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਠੀਕ ਆ, ਚੋਲੇ ਪਾ ਲੈਣੇ ਬੜੇ ਸੌਖੇ ਨੇ, ਪਰ ਤੁਹਾਡੇ ਵਰਗਾ ਦੁਨੀਆ ਦੇ ਵਿੱਚ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਚਮਕੌਰ ਦੀ ਗੜੀ ਚੋਂ ਜਦੋਂ ਤੁਸੀਂ ਲੰਘੇ ਤਾਂ ਉਸ ਵੇਲੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜਿਹੜੇ ਨੇ ਉਹਨਾਂ ਦੇ ਸਰੀਰ ਪਏ, ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਸੀ ਕਮਰ ਕੱਸਾ ਖੋਲ ਕੇ ਇਹਨਾਂ ਦੇ ਮੁਖ ਢੱਕ ਦਿਆਂ ਮੈਂ, ਤੇ ਸਤਿਗੁਰੂ ਨੇ ਕਿਹਾ ਸੀ ਕਿਉਂ ਮੋਹ ਦੇ ਵਿੱਚ ਫਸਦਾ ਹੈ, ਇੱਥੇ ਤਾਂ ਜਿੰਨੇ ਵੀ ਸਰੀਰ ਪਏ ਆ ਸਾਰੇ ਹੀ ਮੇਰੇ ਅਜੀਤ ਤੇ ਜੁਝਾਰ ਨੇ। ਪਰ ਇੱਥੇ ਦੇਖੋ ਮੁਕਤਸਰ ਸਾਹਿਬ ਦੀ ਉਹ ਧਰਤੀ ਜਿੱਥੇ ਅਸੀਂ ਕਹਿੰਦੇ ਆ ਵੀ ਉਹ ਸਿੰਘਾਂ ਨੂੰ ਮੁਕਤੀ ਸਤਿਗੁਰੂ ਪਾਤਸ਼ਾਹ ਨੇ ਦਿੱਤੀ ਹੈ। ਇੱਕ ਇੱਕ ਸਿੰਘ ਨੂੰ ਆਪਣੇ ਪੱਟ ਦਾ ਸਰਾਣਾ ਬਣਾ ਕੇ ਨਾ ਵੀਰ ਰਸ ਵਿੱਚ ਬੈਠ ਕੇ, ਤੇ ਸਤਿਗੁਰੂ ਕਹਿੰਦੇ ਮੇਰਾ 5 ਹਜ਼ਾਰੀਆ, ਇਹ ਮੇਰਾ 10 ਹਜ਼ਾਰੀਆ। ਸਭ ਜੀ ਕਹਿੰਦੇ ਇਹ ਮੇਰਾ 20-30 ਹਜ਼ਾਰੀਆ, ਕਹਿੰਦੇ ਇਹ ਮੇਰਾ 1.25 ਲੱਖੀ। ਇਹਨੂੰ ਕਿਸੇ ਨੂੰ ਨਵਾਬ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਸਤਿਗੁਰੂ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਤੇ ਆ ਗਏ ਭਾਈ ਮਹਾਂ ਸਿੰਘ ਦੇ ਕੋਲ। ਭਾਈ ਮਹਾਂ ਸਿੰਘ ਦਾ ਸੀਸ ਜਦੋਂ ਆਪਣੇ ਵੀਰ ਰਸ ਆਸਨ ਵਿੱਚ ਆ ਕੇ ਪੱਟ ਤੇ ਸਤਿਗੁਰੂ ਨੇ ਸਰਾਣੇ ਦੀ ਤਰ੍ਹਾਂ ਉਹਦਾ ਸੀਸ ਜਿਹੜਾ ਸੀ ਉਹ ਰੱਖਿਆ, ਤੇ ਹਜੇ ਸਾਹ ਚੱਲਦਾ ਸੀ। ਸਤਿਗੁਰੂ ਜੀ ਨੇ ਆਪਣੇ ਕਮਰ ਕੱਸੇ ਦੇ ਨਾਲ ਉਹਦਾ ਲਹੂ ਨਾਲ ਭਿੱਜਿਆ ਹੋਇਆ ਮੁਖ ਸਾਫ਼ ਕੀਤਾ, ਤੇ ਜਦੋਂ ਮੁਖ ਸਾਫ਼ ਕੀਤਾ ਨੇਤਰ ਖੁੱਲੇ ਤੇ ਸਾਹਮਣੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਚਿਹਰਾ ਦੇਖਿਆ ਨਾ, ਅੱਖਾਂ ਵਿੱਚ ਅਥਰੂ ਆ ਗਏ ਕਿ ਵਾਹ, ਗੁਰੂ ਕਲਗੀਧਰ ਪਾਤਸ਼ਾਹ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਅਸੀਂ ਤਾਂ ਤੋੜ ਦਿੱਤੀ, ਪਰ ਤੁਸੀਂ ਤੋੜਿਆਂ ਨੂੰ ਫਿਰ ਜੋੜਨ ਲਈ, ਟੁੱਟੀ ਹੋਈ ਨੂੰ ਗੰਢਣ ਵਾਸਤੇ ਆ ਗਏ ਹੋ। ਅਸੀਂ ਤਾਂ ਬਾਣੀ ਪੜ੍ਹਦਿਆਂ ਕਹਿੰਦੇ ਸੀ ਟੂਟੀ ਗੰਢਣ ਹਾਰ ਗੋਪਾਲ, ਹੇ ਦਾਤਾ ਜੀ ਜਿੱਥੇ ਪਾਲਦੇ ਹੋ ਉੱਥੇ ਟੁੱਟਿਆਂ ਨੂੰ ਗੰਢ ਵੀ ਲਾਓ। ਗੋਪਾਲ ਦਾ ਅਰਥ ਕੀ ਹੁੰਦਾ ਹੈ? ਪਾਲਣ ਵਾਲਾ। ਤੇ ਅਸੀਂ ਕਹਿ ਰਹੇ ਹਾਂ ਟੂਟੀ ਗੰਢਣ ਹਾਰ ਗੋਪਾਲ, ਪਾਲਣ ਵਾਲੇ ਨੇ ਤੇ ਪਾਲਣਾ ਕਰਨੀ ਹੈ। ਪਰ ਹੇ ਪਾਲਣ ਹਾਰੇ ਵਾਹਿਗੁਰੂ, ਜਿੱਥੇ ਤੁਸੀਂ ਸਵਾਸ ਸਵਾਸ ਪਾਲਦੇ ਹੋ ਨਾ, ਉੱਥੇ ਇੱਕ ਕਿਰਪਾ ਕਰਦੇ ਹੋ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉੱਥੇ ਸਾਡੀ ਟੁੱਟੀ ਹੋਈ ਵੀ ਕਿਤੇ ਗੰਢੀ ਜਾਏ। ਜਦੋਂ ਮਹਾਂ ਸਿੰਘ ਨੇ ਅੱਖਾਂ ਖੋਲੀਆਂ, ਸਤਿਗੁਰੂ ਜੇ ਇੰਨਾ ਹੀ ਤਰੁੱਠੇ ਹੋ ਤੇ ਇੱਕ ਕਿਰਪਾ ਕਰਦੇ ਹੋ, ਇਸ ਮਾਝੇ ਦੇ ਸਿੰਘਾਂ ਉਤੇ ਇਹ ਦਾਗ ਨਾ ਲੱਗਿਆ ਰਹਿ ਜਾਏ। ਅਸੀਂ ਸਦਾ ਲਈ ਇਸ ਦਾਗ ਨੂੰ ਧੋ ਕੇ ਸੱਚ ਦੇ ਮਾਰਗ ਤੇ ਚੱਲਦਿਆਂ ਅਸੀਂ ਇਸ ਸੰਸਾਰ ਦੇ ਜਹਾਨ ਤੋਂ ਉਸਤਤ ਚਾਹੁੰਦੇ ਹਾਂ। ਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਮੈਂ ਕੁਝ ਨਾ ਕੁਝ ਸਭ ਨੂੰ ਦੇ ਕੇ ਆਇਆ, ਤੂੰ ਦੱਸ ਕੀ ਚਾਹੀਦਾ ਹੈ? ਕਹਿੰਦੇ ਮਹਾਰਾਜ ਕੁਛ ਨਹੀਂ, ਜਿਹਨੂੰ ਤੁਹਾਡੀ ਗੋਦ ਮਿਲ ਜਾਏ ਉਹਨੂੰ ਹੋਰ ਕੀ ਚਾਹੀਦਾ ਹੈ? ਜਿਹਨੂੰ ਤੁਹਾਡਾ ਜਿਹੜਾ ਇਹ ਮਿਹਰ ਭਰਿਆ ਹੱਥ ਜਿਹਦੇ ਸੀਸ ਤੇ ਆ ਜਾਏ ਉਹਨੂੰ ਹੋਰ ਕੀ ਚਾਹੀਦਾ ਹੈ? ਮਹਾਰਾਜ ਮੰਗਣ ਨੂੰ ਰਿਹਾ ਹੀ ਕੁਛ ਨਹੀਂ, ਬਸ ਇੱਕ ਹੈ ਮੰਗ, ਉਹ ਪੂਰੀ ਕਰ ਦਿਓ। ਕੀ ਕਹਿੰਦੇ? ਵਿਦਾਵਾ ਜਿਹੜਾ ਹੈ ਉਹ ਪਾੜ ਦਿਓ। ਪਰ ਧਿਆਨ ਰੱਖਿਓ, ਅਸੀਂ ਕੇਵਲ ਮੁਕਤਸਰ ਸਾਹਿਬ ਦੀ ਗੱਲ ਨਾ ਕਰੀਏ, ਅੱਜ ਦੀ ਡੇਟ ਵਿੱਚ ਵੀ ਵੇਖੀਏ ਤਾਰੀਖ ਵਿੱਚ ਤੇ ਬੜੇ ਵਿਦਾਵੀਏ ਸਾਨੂੰ ਮਿਲ ਜਾਣਗੇ। ਉਹਨਾਂ ਲਈ ਵੀ ਅਰਦਾਸ ਕਰੀਏ, ਸਤਿਗੁਰੂ ਭਲਾ ਕਰਿਓ। ਜਿਨ੍ਹਾਂ ਨੇ ਤੁਹਾਨੂੰ ਵਿਦਾਵਾ ਦੇ ਕੇ ਮੁਖ ਮੋੜਿਆ ਨਾ, ਉਹ ਕਿਤੇ ਤੁਹਾਡੇ ਦਰ ਤੇ ਆਉਣ ਤੇ ਆਪਣਾ ਆਪ ਸਮਰਪਣ ਕਰਕੇ ਸਦਾ ਲਈ ਆਪਣੀ ਜ਼ਿੰਦਗੀ 'ਚੋਂ ਵਿਦਾਵਾ ਇਹ ਜਿਹੜਾ ਪੜਵਾ ਕੇ ਤੇ ਟੁੱਟੀ ਗੰਢ ਲੈਣ। ਅੱਜ ਦੇ ਵਿਦਾਵੀਆਂ ਲਈ ਵੀ ਅਰਦਾਸ ਗੁਰੂ ਸਾਹਿਬ ਦੇ ਘਰ 'ਚ ਕਰਨੀ ਹੈ ਆਪਾਂ ਕਿ ਵਾਹਿਗੁਰੂ ਸਭਨਾਂ ਤੇ ਮਿਹਰ ਕਰਿਓ। ਜਿਹੜੇ ਮੁਖ ਮੋੜੀ ਬੈਠੇ ਆ, ਮਨਮੁਖ ਤੇ ਮਨਮਤ ਵਾਲੇ ਪਾਸੇ ਨੂੰ ਤੁਰੇ ਹੋਏ ਨੇ। ਖੈਰ ਭਾਈ ਮਹਾਂ ਸਿੰਘ ਸਤਿਗੁਰੂ ਜੀ ਨੇ ਉਸੇ ਵੇਲੇ ਵਿਦਾਵਾ ਜਿਹੜਾ
ਉਹ ਸਤਿਗੁਰੂ ਜੀ ਨੇ ਕਮਰ ਕੱਸੇ ਵਿੱਚੋਂ ਕੱਢਦੇ ਆ, ਕਹਿੰਦੇ ਆ ਲੈ ਭਾਈ ਮਹਾਂ ਸਿੰਘ, ਅੱਜ ਇਹ ਵਿਦਾਵਾ ਪਟਿਆ ਤੇ ਟੁੱਟੀ ਫਿਰ ਗੰਢੀ ਗਈ। ਕਿਉਂ? ਕਿਉਂਕਿ ਪਿਤਾ ਉਂਗਲ ਕਦੇ ਨਹੀਂ ਆਪਣੇ ਪੁੱਤਰ ਦੀ ਛੱਡਦਾ। ਹਾਂ, ਪੁੱਤਰ ਭਾਵੇਂ ਛੁਡਾ ਕੇ ਭੱਜ ਜਾਏ, ਪਿਤਾ ਫਿਰ ਵੀ ਉਡੀਕਦਾ ਰਹਿੰਦਾ ਵੀ ਕਦੋਂ ਪੁੱਤਰ ਆਏਗਾ ਤੇ ਫਿਰ ਮੈਂ ਉਹਦੀ ਉਂਗਲ ਜਿਹੜੀ ਆ ਉਹ ਪਕੜ ਕੇ ਉਹਨੂੰ ਸਹਾਰਾ ਦਿਆਂਗਾ। ਤੁਸੀਂ ਛੁਡਾ ਕੇ ਗਏ ਸੋ, ਪਰ ਸਾਹਿਬ ਕਹਿੰਦੇ ਮੈਂ ਨਹੀਂ ਸੀ ਤੁਹਾਨੂੰ ਛੱਡਿਆ। ਜੇ ਮੈਂ ਛੱਡਿਆ ਹੁੰਦਾ ਫਿਰ ਗੱਲ ਹੋਰ ਸੀ, ਪਰ ਤੁਸੀਂ ਛੱਡ ਕੇ ਗਏ ਹੋ, ਇਸ ਲਈ ਆ ਲੈ। ਵਿਦਾਵਾ ਸਾਹਿਬ ਨੇ ਪਾੜ ਕੇ ਜਿੱਥੇ ਮੁਕਤੀ ਦੀ ਦਾਤ ਦਿੱਤੀ ਹੈ, ਉੱਥੇ ਕਹਿੰਦੇ ਭਾਈ ਮਾਨ ਸਿੰਘ ਦੱਸ ਹੋਰ ਕੀ ਚਾਹੀਦਾ? ਸਤਿਗੁਰੂ ਕੁਛ ਨਹੀਂ ਚਾਹੀਦਾ, ਬਸ ਇਹ ਜਨਮ ਤੁਮਾਰੇ ਲੇਖੇ, ਆ ਜਨਮ ਲੇਖੇ ਲੱਗ ਜਾਏ। ਉੱਥੇ ਫਿਰ ਭਾਈ ਮਹਾਂ ਸਿੰਘ ਵਰਗੇ ਦਾ ਆਖਰੀ ਦਮ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਨਿਕਲਦਾ ਹੈ। ਪਰ ਮਾਈ ਭਾਗ ਕੌਰ, ਜਿਹਨੂੰ ਅਸੀਂ ਕਹਿੰਦੇ ਹਾਂ ਖੰਡੇ ਦੀ ਪੌਲ ਲੈ ਕੇ ਭਾਗ ਕੌਰ ਹੋ ਗਈ। ਇਹ ਭਾਈ ਲੰਗਾਹ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ, ਜਿਹਦੇ ਘਰ ਵਿੱਚ ਬੀਬੀ ਵੀਰੋ ਜੀ ਦਾ ਵਿਆਹ ਜਦੋਂ ਗੁਰੂ ਅੰਮ੍ਰਿਤ ਸਾਹਿਬ ਜੀ ਝਬਾਲ ਵਾਲੇ ਪਾਸੇ ਆਏ ਨਾ, ਤੇ ਸਤਿਗੁਰੂ ਜੀ ਨੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕਰਨਾ ਸੀ। ਉਸ ਵੇਲੇ ਜਿਹੜਾ ਇਹ ਭਾਈ ਲੰਗਾਹ ਉਹਦੇ ਭਰਾ ਦੇ ਅੱਗੋਂ ਜਿਹੜਾ ਕਹਿੰਦੇ ਉਹਦੇ ਪਰਿਵਾਰ ਦੇ ਵਿੱਚੋਂ ਦੀ ਹੈ ਇਹ ਮਾਈ ਭਾਗ ਕੌਰ, ਜ਼ਖਮੀ ਹਾਲਤ ਦੇ ਵਿੱਚ ਸੀ, ਜਿਹਨੂੰ ਸਤਿਗੁਰੂ ਜੀ ਨੇ ਸਿੰਘਾਂ ਨੂੰ ਆਖਿਆ ਵੀ ਮੱਲਮ ਪੱਟੀ ਕਰੋ, ਇਹਦੀ ਦੇਖਭਾਲ ਕਰੋ ਤੇ ਉਹਨੂੰ ਜਿਹੜਾ ਉਹ ਤੰਦਰੁਸਤ ਕਰੋ, ਕਿਉਂਕਿ ਉਹ ਹਜੇ ਜੀਵਨ ਦੇ ਚੰਦ ਸਵਾਸ ਜੀਵਨ ਦੇ ਬਾਕੀ ਨੇ। ਇੱਥੇ ਗੁਰੂ ਸਾਹਿਬ ਨੇ ਮੁਕਤ ਸਰ ਦੀ ਧਰਤੀ ਜਿਹਨੂੰ ਅਸੀਂ ਕਹਿੰਦੇ ਹਾਂ, ਇੱਥੇ ਰਹਿਮਤਾਂ ਵਰਤਾਈਆਂ। ਗੱਲ ਚੱਲੀ ਸੀ ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ। ਤੇ ਇੱਕ ਨਾਲ ਹੋਰ ਧਿਆਨ ਰੱਖਣਾ, ਹਰਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਮਾਰਗ ਉਹ ਵੀ ਬਣਾਇਆ। ਉਹ ਮਾਰਗ ਕਿੱਥੇ ਆਉਂਦਾ ਹੈ? ਉਹ ਮਾਰਗ ਆਉਂਦਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਵੱਲ। ਉਹ ਹਰਮੰਦਰ ਦਰਬਾਰ ਸਾਹਿਬ ਵੱਲ ਜਿਹਦੇ 4 ਦਰਵਾਜ਼ੇ ਰੱਖੇ ਨੇ, ਮਾਰਗ ਇੱਕੋ ਹੀ ਹੈ, ਰਸਤਾ ਇੱਕੋ ਹੀ ਹੈ। ਤੇ ਉਹ ਇੱਕ ਰਸਤਾ ਤੇ 4 ਦਰਵਾਜ਼ੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਰੱਖ ਕੇ ਤੇ ਕਿਹਾ ਸੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਾਹੋਂ ਵਰਨਾ ਕੋ ਸਾਂਝਾ। ਸਤਿਗੁਰੂ ਜੀ ਬੇਅੰਤ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ, ਔਰ ਬਕਾਇਦਾ ਲਾਹੌਰ ਤੋਂ ਸਾਈਂ ਮੀਆਂ ਮੀਰ ਵਰਗੇ ਚੱਲ ਕੇ ਆਉਂਦੇ ਨੇ, ਤੇ ਸਤਿਗੁਰੂ ਮਹਾਰਾਜ ਜੀ ਇੱਥੇ ਇਸ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਨੀਂਹ ਪੱਥਰ ਜਿਹੜਾ ਉਹ ਰੱਖ ਕੇ ਤੇ ਉਪਦੇਸ਼ ਦਿੰਦੇ ਨੇ, ਭਾਈ ਆ ਜਿਹੜਾ ਸਰੋਵਰ ਦੀ ਆਰੰਭਤਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ, ਇਸ ਸਰੋਵਰ ਦੀ ਮੁਕੰਮਲਤਾ ਵੀ ਹੋਏਗੀ, ਔਰ ਇਹਦੇ ਵਿਚਕਾਰ ਇੱਕ ਹਰੀ ਦਾ ਮੰਦਰ, ਇੱਕ ਉਸ ਪਰਮੇਸ਼ਵਰ ਦਾ ਘਰ ਬਣੇਗਾ, ਜਿੱਥੋਂ ਆਵਾਜ਼ ਆਏਗੀ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਾਹੋਂ ਵਰਨਾ ਕੋ ਸਾਂਝਾ। ਉੱਥੋਂ ਆਵਾਜ਼ ਆਏਗੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ। ਪਰ ਸ਼ਰਤ ਇਹ ਵੀ ਆਉਣਾ ਤੁਹਾਨੂੰ ਇੱਕੋ ਹੀ ਮਾਰਗ ਤੋਂ ਪੈਣਾ ਹੈ, ਆਉਣਾ ਤੁਹਾਨੂੰ ਇੱਕੋ ਹੀ ਰਸਤੇ ਤੋਂ ਪੈਣਾ ਹੈ, ਅਲੱਗ-ਅਲੱਗ ਰਸਤੇ ਤੋਂ ਨਹੀਂ। ਇੱਕੋ ਰਸਤੇ ਤੋਂ ਆਓਗੇ ਤਾਂ ਹਰਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਵਿੱਚ ਆਉਂਦਿਆਂ ਤੁਹਾਡੇ ਉੱਤੇ ਉਸ ਮਾਲਕ ਦੀ ਕਿਰਪਾ। ਇੱਥੇ ਵੀ 2 ਗੱਲਾਂ ਜਿਹੜੀਆਂ ਨੇ ਉਹ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਜਿਵੇਂ ਅੱਜ ਦੇ ਦਿਨ ਲੋਕ ਜਾਂਦੇ ਨੇ ਕਿ ਸਾਡੇ ਜਿਹੜੀ ਆ 68 ਤੀਰਥਾਂ ਦਾ ਫਲ ਮਿਲ ਜਾਏ ਤੇ 84 ਸਾਡੀ ਕੱਟੀ, ਇਹ 2 ਸ਼ਬਦ ਹੀ ਨੇ ਨਾ। ਸਾਹਿਬ ਕਹਿੰਦੇ ਤੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਆ, ਜਦੋਂ ਤੂੰ ਉਸ ਪੁੱਲ ਤੇ ਚੱਲ ਕੇ ਜਿਹੜਾ ਰਸਤਾ ਬਣਾਇਆ ਨਾ, ਉਹ ਰਸਤੇ ਤੇ ਚੱਲ ਕੇ ਆਏਗਾ ਤਾਂ 84 ਕਦਮ ਜਦੋਂ ਤੁਰ ਕੇ ਆਏਗਾ ਤੇ ਤੇਰੇ ਜੀਵਨ ਦੀ 84 ਕੱਟੀ ਜਾਏਗੀ। ਐਵੇਂ ਭਰਮ ਦੇ ਵਿੱਚ ਨਾ ਪੈ। ਲੋਕ ਬੜੀਆਂ ਜੁਗਤੀਆਂ ਬਣਾ ਕੇ ਬੈਠੇ ਆ 84 ਦੇ ਗੇੜ ਦੀਆਂ ਗੱਲਾਂ ਕਰਨ ਵਾਸਤੇ, ਪਰ ਇੱਥੇ ਕਦਮ ਕਦਮ ਤੂੰ ਅਰਦਾਸ ਕਰਦਿਆਂ ਆ ਤੇ ਅੱਗੇ ਜਿਹੜਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੈ, ਉਹਦਾ ਜਿਹੜਾ ਕਹਿਣ ਲੱਗੇ ਥੜਾ ਹੈ ਉਹ 68 ਹੱਥ ਜਿਹੜਾ ਬਣਾਇਆ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹ 68ਵੇਂ ਹੱਥ ਤੇ ਆ। ਉਹਦਾ ਮਤਲਬ ਇੱਥੇ ਆ ਕੇ ਤੈਨੂੰ ਸਾਰੇ ਤੀਰਥਾਂ ਦਾ ਫਲ ਵੀ ਮਿਲੇਗਾ, ਔਰ ਇੱਥੇ ਆ ਕੇ ਤੇਰੇ ਜੀਵਨ ਦੀ ਤੈਨੂੰ ਮੁਕਤੀ ਮੋਕਸ਼ ਦੀ ਪ੍ਰਾਪਤੀ ਵੀ ਹੋਏਗੀ। ਉਹਦਾ ਨੀਂਹ ਪੱਥਰ ਗੁਰੂ ਸਾਹਿਬ ਸਤਿਗੁਰੂ ਜੀ ਰਖਵਾਉਂਦੇ ਨੇ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਕਿਰਪਾ ਕਰ ਰਹੇ ਨੇ।
ਕਿ ਜੇ ਤੂੰ ਅੱਜ ਦੇ ਸ਼ਬਦ ਦੀਆਂ ਪਹਿਲੀਆਂ 2 ਪੰਕਤੀਆਂ ਤੇ ਅਮਲ ਕਰ ਲਵੇਂ ਨਾ, ਤੇ ਬਾਕੀ ਸਾਰਾ ਜਿਹੜਾ ਉਹ ਫਲ ਦੱਸਿਆ ਵੀ ਆ ਫਲ ਤੈਨੂੰ ਮਿਲਣਾ ਹੈ। ਤੈਨੂੰ ਕਾਮ ਕ੍ਰੋਧ ਸਤਾਏਗਾ ਨਹੀਂ, ਲੋਭ ਤੇਰੇ ਨੇੜੇ ਨਹੀਂ ਆਏਗਾ, ਜਿੰਨੀ ਮੱਲ ਅੰਦਰ ਇਕੱਠੀ ਹੋਈ ਹੈ ਸਾਰੀ ਨਿਕਲ ਜਾਏਗੀ। ਫਿਰ ਤੂੰ ਝੂਠ ਦਾ ਰਸਤਾ ਛੱਡ ਕੇ ਸੱਚ ਦੇ ਰਾਹ ਤੇ ਜਦੋਂ ਤੁਰੇਂਗਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਸੱਚ ਦੇ ਮਾਰਗ ਤੇ ਤੁਰਦਿਆਂ ਸਾਰਾ ਜਹਾਨ ਜਿਹੜਾ ਉਹ ਤੇਰੀ ਉਸਤਤ ਕਰੇਗਾ। 8 60 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਦੋਂ ਤੂੰ ਸੱਚ ਦੇ ਮਾਰਗ ਤੇ ਤੁਰਿਆ, ਜਿਸ ਦਿਨ ਤੈਨੂੰ ਚੁੱਭੀ ਲਾਉਣੀ ਤੇ ਇਸ਼ਨਾਨ ਕਰਨਾ ਆ ਗਿਆ, ਉਸ ਦਿਨ ਕਹਿਣ ਲੱਗੇ ਤੈਨੂੰ ਵੱਖ-ਵੱਖ ਤੀਰਥਾਂ ਤੇ ਭਰਮਣ ਦੀ ਲੋੜ ਨਹੀਂ ਪਏਗੀ, ਕਿਉਂਕਿ 8 60 ਜਿਹੜਾ ਤੀਰਥ ਹੈ, 8 ਤੇ 60 68 ਜਿਹੜਾ ਤੀਰਥ ਹੈ ਨਾ, ਉਹ ਸਾਰੇ ਦਾ ਫਲ ਤੈਨੂੰ ਪਰਮੇਸ਼ਵਰ ਦੇ ਨਾਮ ਸਿਮਰਨ ਔਰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ, ਕਿਉਂਕਿ ਮਾਗ ਮਜਨ ਸੰਗ ਸਾਧੂਆਂ, ਸਾਧੂ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਬੈਠੇਗਾ, ਤੈਨੂੰ 68 ਤੀਰਥਾਂ ਦਾ ਫਲ ਇੱਕੋ ਹੀ ਤੀਰਥ ਤੇ ਪ੍ਰਾਪਤ ਹੋ ਜਾਏਗਾ। ਔਰ ਜਿਹੜਾ ਤੂੰ ਦੂਜਿਆਂ ਜੀਆਂ ਉੱਤੇ ਦਇਆ ਕਰਦਾ ਨਾ, ਕਹਿੰਦੇ ਬਾਹਰੋਂ ਤਾਂ ਵਿਖਾਵਾ ਹੁੰਦਾ ਹੈ, ਧਿਆਨ ਰੱਖਣਾ। ਲੋਕ ਵਿਖਾਵਾ ਤਾਂ ਕਰਦੇ ਆ ਕਿਉਂਕਿ ਵਾਵਾ ਖੱਟਣੀ ਚਾਹੁੰਦੇ ਨੇ। ਜਿਵੇਂ ਗੁਰੂ ਸਾਹਿਬ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਉਹ ਕਿਸੇ ਤੇ ਦਇਆ ਕਰਕੇ ਵੀ ਅੰਦਰ ਗੁਮਾਨ ਰੱਖਦਾ ਹੈ ਵੀ ਮੈਂ ਫਲਾਣੇ ਤੇ ਬੜੀ ਦਇਆ ਕੀਤੀ, ਫਲਾਣੇ ਤੇ ਮੈਂ ਬੜਾ ਤਰਸ ਕੀਤਾ, ਫਲਾਣੇ ਤੇ ਬੜੀ ਮੈਂ ਕਿਰਪਾ ਕੀਤੀ, ਉਹ ਉਹਦੇ ਬਦਵੱਟੇ ਹੰਕਾਰ ਰੱਖਦਾ ਹੈ। ਕਹਿੰਦੇ ਜਦੋਂ ਤੂੰ ਇਸ ਘਰ ਵਿੱਚ ਆਏਗਾ, ਇੱਥੇ ਦਇਆ ਤੇ ਧਰਮ ਵਾਲਾ ਗੁਣ ਤੈਨੂੰ ਦਿੱਤਾ ਜਾਏਗਾ, ਉਹਦੇ ਵਿੱਚ ਤੂੰ ਗੁਮਾਨ ਨਹੀਂ ਅੰਦਰ ਕਰੇਗਾ, ਉਹਦੇ ਵਿੱਚ ਹੰਕਾਰ ਨਹੀਂ ਅੰਦਰ ਕਰੇਗਾ। ਤੇਰੇ ਅੰਦਰ ਜਦੋਂ ਜੀਆਂ ਪ੍ਰਤੀ ਦਇਆ ਆਏਗੀ ਨਾ, ਜਦੋਂ ਤੂੰ ਕਿਸੇ ਦਾ ਵੀ ਭਲਾ ਕਰੇਗਾ, ਤੂੰ ਇਹ ਕਹੇਗਾ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰੇ। ਉੱਥੇ ਹੰਕਾਰ ਨਹੀਂ ਆਏਗਾ, ਉੱਥੇ ਤੂੰ ਇਹੀ ਕਹੇਗਾ ਕਿ ਵਾਹਿਗੁਰੂ ਇਹ ਤੁਹਾਡੀਆਂ ਦਿੱਤੀਆਂ ਦਾਤਾਂ ਨੇ ਜਿਹੜੀਆਂ ਮੇਰੇ ਰਾਹੀਂ ਤੁਸੀਂ ਕਿਸੇ ਤੇ ਦਇਆ ਕਰਵਾ ਰਹੇ ਹੋ, ਪਰ ਕਰਨ ਕਰਾਉਣ ਵਾਲਾ ਇੱਕੋ ਹੀ ਪਰਮੇਸ਼ਵਰ ਹੈ। ਕਹਿੰਦੇ ਤੇਰਾ ਇਹ ਤੀਰਥਾਂ ਤੇ ਜਾਣਾ ਔਰ ਬਾਹਰੋਂ ਜੋ ਤੂੰ ਜੀ ਦਇਆ ਕਰਦਾ ਹੈ, ਇਹ ਸਭ ਕੁਝ ਪ੍ਰਵਾਨ ਹੋ ਜਾਏਗਾ, ਪਰ ਤੈਨੂੰ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਔਰ ਰੱਬੀ ਬਾਣੀ ਦੇ ਸਰੋਵਰ ਨਾਲ ਜੁੜਨਾ ਪਏਗਾ, ਉਹ ਵੀ ਮਾਨਸਿਕ ਤਲ ਉਤੇ। ਜਦੋਂ ਮਾਨਸਿਕ ਤਲ ਤੇ ਜੁੜੇਗਾ, ਤੈਨੂੰ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਜਿਸਨੋ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਪਰ ਹੁਣ ਗੱਲ ਆ ਗਈ ਵੀ ਇਹ ਸਾਰੀਆਂ ਬਖਸ਼ਿਸ਼ਾਂ ਮਿਲਣਗੀਆਂ ਕਿਹਨੂੰ? ਜਿਸ ਨੂੰ ਦੇਵੈ ਦਇਆ ਕਰ। ਕਹਿੰਦੇ ਜਿਹਦੇ ਉੱਤੇ ਉਹ ਆਪਣੀ ਦਇਆ ਕਰਦਾ ਹੈ। ਫਿਰ ਬੇਨਤੀ ਕਰਾਂ, ਗੁਰੂ ਘਰ ਆਵਾਂਗੇ ਤੇ ਉਹਦੀ ਦਇਆ ਹੋਣੀ ਹੈ, ਸੰਗਤ ਕਰਾਂਗੇ ਤੇ ਉਹਦੀ ਕਿਰਪਾ ਹੋਣੀ ਹੈ, ਕਿਉਂਕਿ ਇੱਥੇ ਆ ਕੇ ਸਾਨੂੰ ਕਹਿਣਾ ਪਏਗਾ ਕਿ ਵਾਹਿਗੁਰੂ ਜੀ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ, ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਜਾਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਜੇ ਨਹੀਂ ਨਸੀਬ ਹੁੰਦਾ ਗੁਰੂ ਦਰ ਗੁਰਮੁਖਾਂ ਦੀ ਸੰਗਤ ਵਿੱਚ ਆਉਣਾ, ਤੇ ਇਹ ਤਾਂ ਕਰ ਸਕਦੇ ਆ ਵੀ ਆਪਣੇ ਘਰ ਤੋਂ ਬਾਹਰ ਨਿਕਲ ਕੇ ਜੇ ਕੋਈ ਗੁਰੂ ਕਾ ਪਿਆਰਾ ਆਉਂਦਾ ਜਾਂਦਾ ਉਹਨੂੰ ਬੇਨਤੀ ਤਾਂ ਕਰ ਸਕਦੇ ਆ। ਆਪਣੇ ਘਰੋਂ ਤਾਂ ਆਪਾਂ 2 ਕਦਮ ਬਾਹਰ ਨਿਕਲ ਕੇ ਕਹਿ ਸਕਦੇ ਆ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਆ ਗੁਰੂ ਕੇ ਸਿੱਖਾ, ਤੂੰ ਗੁਰੂ ਨੂੰ ਮਿਲ ਕੇ ਆਇਆ, ਆ ਦੱਸ ਮੈਨੂੰ ਗੁਰੂ ਨੇ ਅੱਜ ਕੀ ਕਿਹਾ, ਅੱਜ ਕੀ ਗੁਰਬਾਣੀ ਦੇ ਕੀਰਤਨ ਵਿੱਚੋਂ ਸੁਣਿਆ, ਅੱਜ ਕੀ ਤੂੰ ਗੁਰਬਾਣੀ ਵਿੱਚੋਂ ਸਿੱਖ ਕੇ ਆਇਆ, ਇੱਕ ਕਿਣਕਾ ਮੇਰੀ ਵੀ ਝੋਲੀ 'ਚ ਪਾ, ਤਾਂ ਕਿ ਕੱਲ ਨੂੰ ਮੈਂ ਵੀ ਗੁਰਦੁਆਰੇ ਜਾਵਾਂ ਤੇ ਮੇਰੇ ਤੇ ਵੀ ਦਇਆ ਹੋ ਸਕੇ, ਮੇਰੇ ਤੇ ਵੀ ਕਿਰਪਾ ਹੋ ਸਕੇ। ਸਾਹਿਬ ਜੀ ਕਹਿੰਦੇ ਇਹ ਦਾਤ ਉਹਨੂੰ ਮਿਲਦੀ ਹੈ ਜਿਹਦੇ ਉੱਤੇ ਉਸ ਮਾਲਕ ਦੀ ਦਇਆ ਹੁੰਦੀ ਹੈ, ਕਿਰਪਾ ਹੁੰਦੀ ਹੈ, ਉਹ ਇਨ੍ਹਾਂ ਬਖਸ਼ਿਸ਼ਾਂ ਦੇ ਮਾਲਕ ਬਣਦੇ ਹਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ।
ਨਾਨਕ ਦਾ ਮਤਲਬ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਉੱਤੇ ਦਇਆ ਹੋ ਗਈ, ਜਿਹੜੇ ਅਸਲ ਵਿੱਚ ਪੁਰਖ ਸੁਜਾਨ ਹੋ ਗਏ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜ ਕੇ, ਜਿਹੜੇ ਹੁਣ ਵਹਿਮ ਭਰਮ ਕਰਮ ਕਾਂਡਾਂ ਵਿੱਚ ਨਹੀਂ ਪੈਂਦੇ, ਜਿਹੜੇ ਕਿਸੇ ਵਹਿਮ ਭਰਮ ਦਾ ਸ਼ਿਕਾਰ ਨਹੀਂ ਹੁੰਦੇ, ਉਹ ਸੱਚ ਦੇ ਮਾਰਗ ਤੇ ਤੁਰਦੇ ਆਪ ਵੀ ਨੇ, ਹੋਰਾਂ ਨੂੰ ਵੀ ਤੋਰਦੇ ਨੇ, ਵਹਿਮਾਂ ਭਰਮਾਂ ਦੇ ਵਿੱਚੋਂ ਦੀ ਕੱਢਦੇ, ਕਰਮ ਕਾਂਡਾਂ ਵਿੱਚੋਂ ਕੱਢਦੇ ਨੇ। ਯਤਨ ਕਰੀਏ। ਠੀਕ ਹੈ, ਹੱਸਣ ਖੇਡਣ ਮਨ ਕਾ ਚਾਉ ਹੈ, ਠੀਕ ਹੈ। ਕੱਲ ਇੱਕ ਨੌਜਵਾਨ ਆਪਸ ਦੇ ਵਿੱਚ ਨਾ ਗੱਲਾਂ ਕਰ ਰਹੇ ਸੀ, ਸਵੇਰੇ ਸਵੇਰੇ ਦਾ ਵਕਤ ਤੇ ਗੱਲਾਂ ਕਰ ਰਹੇ ਸੀ, ਖਲੋ ਕੇ ਕਹਿਣ ਲੱਗੇ ਅੱਜ ਦੇਖਿਓ ਆਪਣੇ ਮਹੱਲੇ ਦੇ ਵਿੱਚ ਨਾ ਮੈਂ ਸਭ ਤੋਂ ਪਹਿਲਾਂ ਮੈਂ ਨੰਬਰ ਲੈਣਾ, 1 ਨੰਬਰ, ਸਭ ਤੋਂ ਪਹਿਲਾਂ ਮੈਂ 1 ਨੰਬਰ ਤੇ ਆਉਣਾ, ਪਤੰਗ ਉਡਾਉਣੇ ਸਭ ਤੋਂ ਪਹਿਲਾਂ ਮੈਂ ਉਡਾਉਣੇ ਕੋਠੇ ਤੇ ਚੜ੍ਹ ਕੇ। ਤੇ ਜਦੋਂ ਇਦਾਂ ਗੱਲਾਂ ਕਰ ਰਹੇ ਸੀ ਨਾ ਤੇ ਰਿਹਾ ਨਾ ਗਿਆ, ਉਹਨਾਂ ਨੂੰ ਜਾ ਕੇ, ਨੌਜਵਾਨ ਸੀ ਦੋਵੇਂ, ਤਕਰੀਬਨ 22-23 ਸਾਲ ਦੇ ਹੋਣਗੇ, ਤੇ ਉਹਨਾਂ ਦੇ ਕੋਲ ਜਾ ਕੇ ਆਖਿਆ ਵੀ ਪਿਆਰਿਓ ਜੇ ਤੁਸੀਂ ਇਹ ਕਹਿੰਦੇ ਵੀ ਅੱਜ ਨਿਤਨੇਮ ਮੈਂ ਸਾਰਿਆਂ ਤੋਂ ਪਹਿਲਾਂ ਕਰਨਾ ਹੈ ਤੇ ਕਿੰਨੀ ਖੁਸ਼ੀ ਹੁੰਦੀ। ਠੀਕ ਹੈ, ਤੁਹਾਡਾ ਹਸਨ ਤਿਉਹਾਰ ਹੈ, ਮਨਾਓ, ਤੁਸੀਂ ਰੱਜ ਰੱਜ ਖੁਸ਼ੀਆਂ ਮਨਾਓ। ਇਹ ਸਮਾਜਿਕ ਤੌਰ ਤੇ ਜਿਹੜੇ ਬਣੇ, ਕਿਉਂਕਿ ਗੁਰੂ ਘਰ ਵਿੱਚ ਪੁਰਬ ਆਪਾਂ ਮਨਾਉਂਦੇ ਆ ਤੇ ਸਮਾਜ ਵਿੱਚ ਤਿਉਹਾਰ ਮਨਾਏ ਜਾਂਦੇ ਆ, ਇਹ ਸਾਡੇ ਮਨ ਦਾ ਚਾਅ ਹੈ, ਪੂਰਾ ਕਰੋ। ਪਰ ਜੇ ਇਹ ਵੀ ਕਹਿ ਦਿੰਦੇ ਵੀ ਸਭ ਤੋਂ ਪਹਿਲਾਂ ਨਿਤਨੇਮ ਘਰ 'ਚ ਮੈਂ ਕਰਾਂਗਾ, ਗੁਰੂ ਸਾਹਿਬ ਜੀ ਮੇਰੇ ਤੋਂ ਸਭ ਤੋਂ ਪਹਿਲਾਂ ਨਿਤਨੇਮ ਜਿਹੜਾ ਮੇਰੇ ਤੋਂ ਕਰਵਾ ਲਿਓ, ਤੇ ਕਿੰਨੀ ਖੁਸ਼ੀ ਹੁੰਦੀ। ਪਹਿਲਾਂ ਤੇ ਉਹ ਚੁੱਪ ਹੀ ਕਰ ਗਏ ਦੋਵੇਂ ਜਣੇ, ਬੋਲੇ ਹੀ ਕੋਈ ਨਾ। ਸਹਿਜ ਸੋਚਿਆ ਹੋਣਾ ਵੀ ਇਹ ਤੇ ਗੁਰਦੁਆਰੇ ਦਾ ਭਾਈ ਹੈ, ਇਹਦਾ ਕੰਮ ਹੀ ਇਹ ਹੈ ਬੋਲਣਾ। ਚਲੇ ਗਏ, ਮੁੜ ਕੇ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ, 2 ਮਿੰਟ ਬਾਅਦ ਫਿਰ ਵਾਪਸ ਆਏ ਤੇ ਕਹਿਣ ਲੱਗੇ ਭਾਈ ਸਾਹਿਬ ਜੀ ਕੱਲ ਤੋਂ ਅਸੀਂ ਪਹਿਲਾਂ ਨਿਤਨੇਮ ਘਰ 'ਚ ਅਸੀਂ ਕਰਾਂਗੇ। ਉਹ ਇੱਕ ਕਹਿ ਕੇ ਗਏ, ਹੁਣ ਪਤਾ ਨਹੀਂ ਕੀਤਾ ਜਾਂ ਨਹੀਂ ਕੀਤਾ, ਵਾਹਿਗੁਰੂ ਮਿਹਰ ਕਰਨ, ਪਰ ਕਹਿ ਜ਼ਰੂਰ ਗਏ ਕਿ ਕੱਲ ਜਿਹੜਾ ਦਿਨ ਚੜ੍ਹਨਾ ਹੈ ਨਾ, ਘਰ ਦੇ ਵਿੱਚ ਪਰਿਵਾਰ ਨਿਤਨੇਮ ਬਾਣੀ ਪੜ੍ਹਦਾ ਹੈ, ਪਰ ਕੋਸ਼ਿਸ਼ ਕਰਾਂਗੇ ਅਸੀਂ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਅਸੀਂ ਨਿਤਨੇਮ ਕਰ ਦਈਏ। ਪਰ ਚਲੋ ਮਨ ਵਿੱਚ ਆਸ ਜਗਿਆਸੂ ਤਾਂ ਬਣੇ ਨੇ ਨਾ, ਜਗਿਆਸਾ ਤੇ ਇਹ ਬਣੀ ਹੈ ਨਾ ਵੀ ਨਿਤਨੇਮ ਕਰਨਾ ਹੈ। ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਤੁਹਾਡੇ ਤੇ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ, ਜਿਨ੍ਹਾਂ ਦੇ ਉੱਤੇ ਦਇਆ ਕਿਰਪਾ ਰਹਿਮਤ ਕਰਕੇ ਆਪਣੇ ਨਾਲ ਜੋੜ ਲਿਆ, ਮੈਂ ਉਹਨਾਂ ਤੋਂ ਸਦਕੇ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮਾਗ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਇਸ ਮਾਘ ਦੇ ਇਸ ਦਿਨਾਂ ਦੇ ਵਿੱਚ ਉਹੀ ਸੁੱਚੇ ਆਖੇ ਜਾਣਗੇ। ਕੱਢ ਹੀ ਹੈ ਨਹੀਂ ਕੰਢ ਹੀ ਹੈ, ਕਹਿਣ ਲੱਗੇ ਉਹੀ ਆਖੇ ਜਾਣਗੇ ਜਿਨ੍ਹਾਂ ਉੱਤੇ ਪੂਰੇ ਗੁਰੂ ਦੀ ਮਿਹਰ ਹੋਏਗੀ, ਪੂਰੇ ਗੁਰੂ ਦੀ ਕਿਰਪਾ ਹੋਏਗੀ। ਤੇ ਪੂਰੇ ਗੁਰੂ ਦੀ ਮਿਹਰ ਕਿਹਨਾਂ ਤੇ ਹੋਏਗੀ? ਜਿਹੜੇ ਗੁਰੂ ਦੇ ਦਰ ਤੇ ਆ ਕੇ ਸਤਿਗੁਰੂ ਜੀ ਅੱਗੇ ਬੇਨਤੀ ਕਰਨਗੇ ਕਿ ਸਾਨੂੰ ਵੀ ਕਿਤੇ ਆ ਨਾਮ ਦੇ ਤੀਰਥ ਵਿੱਚ ਚੁੱਭੀ ਲਾਉਣੀ ਆ ਜਾਏ, ਤੇ ਹਰਿ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਆਹ ਵਾਲਾ ਗੁਣ ਸਾਨੂੰ ਵੀ ਕਿਤੇ ਮਿਲ ਜਾਏ। ਤੇ ਸਾਹਿਬ ਜੀ ਕਹਿੰਦੇ ਆ ਉਹ ਨੇ ਅਸਲ ਵਿੱਚ ਸੁੱਚੇ, ਜਿਨ੍ਹਾਂ ਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਇਹ ਨੇ ਅਸਲ ਵਿੱਚ ਸੁੱਚੇ। ਸਰੀਰ ਕਰਕੇ ਭਾਵੇਂ ਜਿੰਨੇ ਮਰਜ਼ੀ ਚੁੱਭੀਆਂ ਲਾ ਲਓ, ਜਪਜੀ ਸਾਹਿਬ ਦੀ ਪਹਿਲੀ ਪੌੜੀ ਹੋਈ ਇਹ ਕਹਿੰਦੀ ਹੈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਚੁੱਭੀਆਂ ਬਾਹਰ ਦੀਆਂ ਲਾ ਲੈ ਬੰਦਿਆ। ਪਰ ਧਿਆਨ ਰੱਖੀ ਸੂਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਆ ਸੱਚਾ ਪਵਿੱਤਰ ਨਾਮ ਵਸ ਗਿਆ, ਉਹਦਾ ਮਾਨਸਿਕ ਮੰਡਲ ਅੰਦਰੋਂ ਪਵਿੱਤਰ ਹੋ ਜਾਏਗਾ। ਇਸ ਲਈ ਅਸੀਂ ਦੇਹ ਨੂੰ ਨਹੀਂ, ਅਸੀਂ ਮਨ ਦੇ ਤਲ ਉਤੇ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਸ ਦਿਨ ਅਸੀਂ ਮਨ ਕਰਕੇ ਗੁਰੂ ਸਾਹਿਬ ਜੀ ਨੂੰ ਸਮਰਪਣ ਹੋ ਕੇ ਸਤਿਗੁਰੂ ਦੀ ਮਿਹਰ ਕਿਰਪਾ ਬਖਸ਼ਿਸ਼ ਦੇ ਪਾਤਰ ਬਣ ਜਾਾਂਗੇ, ਉਸ ਦਿਨ ਸਾਡਾ ਗੁਰੂ ਦਰ ਤੇ ਆਇਆ, ਸੰਗਤ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਸਫਲ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਵੀ ਤੁਸੀਂ ਗੁਰੂ ਸਾਹਿਬ ਦੇ ਦਰ ਤੇ ਆਏ ਹੋ, ਸਤਿਗੁਰੂ ਤੁਹਾਡਾ ਆਉਣਾ ਜਿਹੜਾ ਹੈ ਉਹ ਸਫਲ ਕਰਨ। ਅਸੀਂ ਇੱਥੇ ਆ ਕੇ ਅੱਜ ਦੇ ਦਿਨ ਅਸੀਂ ਰੋਜ਼ ਹੀ ਵੈਸੇ ਮੰਗਣਾ ਹੈ ਕਿ ਸਤਿਗੁਰੂ ਮੰਗਾਂ ਤੇ ਬਹੁਤ ਨੇ, ਪਰ ਅਸੀਂ ਦਾਨਾ ਸਿਰ ਦਾਨ ਨਾਮ ਦਾਨ ਤੁਹਾਡੇ ਕੋਲੋਂ ਮੰਗਦੇ ਹਾਂ, ਕਿਉਂਕਿ ਪਤਾ ਹੈ ਕਿ ਇੱਕ ਨਾਮ ਵਿੱਚ ਇੰਨੀਆਂ ਬਖਸ਼ਿਸ਼ਾਂ ਨੇ
ਜੇ ਉਹ ਮਿਲ ਜਾਣ ਤੇ ਕਿਸੇ ਹੋਰ ਕਿਰਪਾ ਬਖਸ਼ਿਸ਼ ਦੀ ਲੋੜ ਹੀ ਨਹੀਂ ਪੈਂਦੀ। ਇਸ ਲਈ ਤੁਹਾਡੇ ਦਰ ਤੇ ਆਏ ਆ। ਸਾਡੇ ਹਿਰਦੇ ਦੀ ਝੋਲੀ ਵਿੱਚ ਇੱਕ ਬਖਸ਼ਿਸ਼ ਪਾ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਇੱਥੋਂ ਇੱਕ ਗੁਣ ਲੈ ਕੇ ਜਾਈਏ। ਹਰਿ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਇਹ ਗੁਣ ਲੈ ਕੇ ਜਾਈਏ ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਸਭਨਾਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਬਾਣੇ ਬਾਣੀ ਦੇ ਨਾਲ, ਨਿਤਨੇਮ ਦੇ ਨਾਲ ਸਤਿਗੁਰੂ ਜੀ ਜੋੜੀ ਰੱਖਣ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੇ ਅੱਜ ਦੇ ਇਸ ਪਾਵਨ ਸ਼ਬਦ ਵਿੱਚੋਂ ਇਹਨਾਂ ਪਾਵਨ ਪੰਕਤੀਆਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿ ਗੁਰ ਪ੍ਰਸਾਦ। ਆਨੰਦ